ਅੰਗਦ ਦੁਖ ਅਮਰਦਾਸ ਗੁਰ ਜੀ ਗੁਰ ਸ੍ਰੀ ਗੁਰੂ ਰਾਮਦਾਸ ਗੁਰ ਅਰਜਨ ਸ੍ਰੀ ਹਰਿ ਗੋਬਿੰਦ ਸ਼ੁਭ ਸ੍ਰੀ ਹਰਿ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਧਰਮ ਸ੍ਰੀ ਗੁਰੂ ਗੋਬਿੰਦ ਹਰੋਂ ਤਰਾ ਗੁਰੂ ਗ੍ਰੰਥ ਬੰਦੋ ਏਕ ਓੰਕਾਰ ਦੇਵ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਤਵਰ ਸ਼ੰਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਸੰਧਿਆ ਦੇ ਦੀਵਾਨ ਆਰੰਭ ਹੋਏ ਹਨ। ਆਪ ਮਾਈ ਭਾਈ ਜਿਨ੍ਹਾਂ ਸੰਗਤਾਂ ਤੇ ਗੁਰੂ ਸਾਹਿਬ ਦੀ ਖੁਸ਼ੀ ਹੈ, ਉਹਨਾਂ ਨੇ ਨਤਮਸਤਕ ਹੋਣਾ ਕੀਤਾ ਹੈ। ਜੋ ਸਤਿਗੁਰਾਂ ਦੇ ਸੁੰਦਰ ਬਚਨ ਹਨ, ਜੋ ਸਤਿਗੁਰ ਸਰਣ ਸੰਗਤ ਨਹੀਂ ਆਈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਹੜੇ ਕਦੇ ਵੀ ਸੰਗਤ ਵਿੱਚ ਨਹੀਂ ਆਏ ਤੇ ਕਹਿੰਦੇ ਨੇ ਕਿ ਸਾਡੇ ਘਰ ਦਾ ਹੀ ਨਹੀਂ ਸਰਦਾ। ਬਾਬਾ ਜੀ ਕੰਮਕਾਰ ਬੜੇ ਗੂੜੇ ਨੇ ਤੇ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਹਨ ਜੋ ਸਤਿਗੁਰ ਸਰਣ ਸੰਗਤ ਤ੍ਰਿਗ ਜੀਵੇ। ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਜ਼ਿੰਦਗੀ ਜੀ ਰਹੇ ਆ ਨਾ, ਉਸ ਜ਼ਿੰਦਗੀ ਨੂੰ ਲਾਹਣਤ ਹੈ, ਤ੍ਰਿਗ ਹੈ ਐਸੀ ਜ਼ਿੰਦਗੀ। ਤੇ ਫਿਰ ਮਹਾਰਾਜ ਜੀ ਨੂੰ ਪੁੱਛਿਆ ਜੀ ਜਿਹੜੇ ਸੰਗਤ ਵਿੱਚ ਆਉਂਦੇ ਉਹ, ਫਿਰ ਗੁਰੂ ਰਾਮਦਾਸ ਜੀ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ। ਕਹਿੰਦੇ ਧੰਨ ਨੇ ਉਹ ਸੰਗਤਾਂ ਜਿਨ੍ਹਾਂ ਨੇ ਆ ਕੇ ਸੰਗਤ ਵਿੱਚ ਹਰੀ ਦਾ ਰਸ ਪ੍ਰਾਪਤ। ਸਾਰੀ ਜ਼ਿੰਦਗੀ ਆਪਣੀ ਬੇਰਸੀ ਆ, ਜਿੰਨੀ ਮਰਜ਼ੀ ਇਕੱਠੀ ਕਰ ਲਓ, ਰਸ ਜੇ ਕਿਤੇ ਆਉਂਦਾ ਤੇ ਗੁਰੂ ਦੀ ਗੋਦ ਵਿੱਚ। ਤੁਮਾਰੇ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਮਿਲ ਜਨ। ਇਹਦੇ ਪਿਆਰਿਆਂ ਨੂੰ ਮਿਲ, ਇਹ ਨਾਨਕ ਦਾ ਨਾਮ ਤੈਨੂੰ ਮਿਲੂਗਾ ਤੇ ਪ੍ਰਗਾਸ ਕਹਿੰਦੇ ਚਾਨਣ ਨੂੰ। ਹਨੇਰੇ ਵਿੱਚ ਲਾਗੇ ਪਈ ਚੀਜ਼ ਵੀ ਨਜ਼ਰ
ਇਹ ਜ਼ਿੰਦਗੀ ਕਿੱਥੋਂ ਨਜ਼ਰ ਆਉਣੀ। ਇਸੇ ਤਰ੍ਹਾਂ ਰਾਏ ਬਲਾਰ ਨੇ ਮਹਾਰਾਜ ਨੂੰ ਆਖਿਆ, ਪਾਤਸ਼ਾਹ ਹਨੇਰੇ ਦੇ ਵਿੱਚ ਹੀ ਉਮਰ ਲੰਘ ਗਈ। ਹਾਲਾਂਕਿ 8 ਪੈਰ ਪਿਆਰ ਕਰਦਾ ਸੀ ਤੇ 8 ਪੈਰਾਂ 'ਚ ਧਿਆਨ ਜੋੜ ਕੇ ਵੀ ਕਹਿੰਦਾ, ਮਹਾਰਾਜ ਮੈਂ ਮੂਰਖ ਹਾਂ, ਮੈਂ ਅਗਿਆਨੀ ਹਾਂ, ਮੈਂ ਭੁੱਲਾ ਏ, ਮੈਂ ਭਟਕਿਆ ਏ, ਤੇ ਆਪਣਾ ਕੀ ਬਣੂ ਜਿੰਨਾ ਕਦੇ ਧਿਆਨ ਲਾਇਆ ਹੀ ਨਹੀਂ। ਸਤਨਾਮ ਸ੍ਰੀ ਸਤਨਾਮ ਸ੍ਰੀ ਦੁਆਓ ਪਿਆਰਿਓ, ਸਤਿਗੁਰੂ ਦੀਆਂ ਬਖਸ਼ੀਆਂ ਘੜੀਆਂ ਬਾਣੋ। ਅੱਜ ਰਾਏ ਬਲਾਰ ਜੀ ਨੇ ਆਪਣੇ ਨਿਜ ਰੂਪ ਬਾਰੇ ਪੁੱਛਣਾ ਹੈ। ਗੁਰੂ ਨਾਨਕ ਸਾਹਿਬ ਜੀ, ਅਸਲ ਵਿੱਚ ਮੈਂ ਕੌਣ? ਜਦੋਂ ਤੁਸੀਂ ਇਕੱਲੇ ਬਹੋਗੇ ਨਾ, ਇਕੱਲੇ ਆਪਣੇ ਆਪ ਨੂੰ ਪੁੱਛੋਗੇ ਵੀ ਤੁਸੀਂ ਕੌਣ ਆ ਤੇ ਕਿੱਥੋਂ ਆਏ ਤੇ ਕੀ ਆ, ਉਹ ਕਥਾ ਅੱਜ ਚੱਲਣੀ ਆ ਆਤਮ ਜੀਵਨ ਦੀ ਰਸ ਵਾਲੀ। ਵਾਹਿਗੁਰੂ। ਇਹ ਮਹਾਰਾਜ ਸਾਹਿਬ ਜੀ ਦੇ ਨਾਲ ਵਚਨ ਬਲਾਸ ਹੋਣੇ ਰਾਏ ਬਲਾਰ ਦੇ। ਉਹਨੇ ਆਪਣੇ ਦਿਲ ਦੀ ਕਹਿਣੀ ਹੈ ਤੇ ਮਹਾਰਾਜ ਨੇ ਆਪਣੇ ਵਚਨ ਛੱਡਣੇ ਹਨ। ਸੋ ਸਤਿਗੁਰੂ ਮਹਾਰਾਜ ਦੀਨਾਂ ਵੱਲੋਂ ਕਿਰਪਾ ਕਰਨ ਜੀ। ਸਾਰੀ ਸੰਗਤ ਨੂੰ ਜੀ ਆਇਆ। ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ ਪ੍ਰਸਾਦ, ਗੁਰ ਪ੍ਰਸਾਦ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਸਤਿਨਾਮ ਕਰਤਾ ਪੁਰਖ, ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ, ਅਕਾਲ ਮੂਰਤਿ, ਅਕਾਲ ਮੂਰਤਿ, ਅਜੂਨੀ ਸੈਭੰ, ਅਜੂਨੀ ਸੈਭੰ, ਗੁਰ
ਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਵਾਹਿਗੁਰੂ 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 ਸੁਨ ਮਨ ਮਿੱਤਰ ਪਿਆਰਿਆ ਸੁਣ 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 ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ 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 ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਵੇਲਾ ਹੈ ਮਿਲ ਵੇਲਾ ਹੈ ਮਿਲ
ਇਹੋ ਵੇਲਾ ਹੈ, ਇਸ ਵੇਲੇ ਨੂੰ ਸੰਭਾਲਣਾ ਕਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਪਗ ਸੋਭਾ ਮਿਮਲ ਪਿੰਜਰ ਸਰ ਪਹਿਚਾਨ। ਧੰਨ ਕਵੀ ਰਾਜ ਜੀ ਕਹਿੰਦੇ, ਹੈ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੇ ਜਿਹੜੇ ਚਰਨ ਨੇ ਨਾ, ਉਹ ਮਾਨੋ ਕਿ ਮੋਤੀਆਂ ਦੀ ਇੱਕ ਮਾਲਾ ਹੈ, ਬੜੀ ਸੁੰਦਰ ਮਾਲਾ ਹੈ। ਜਿਸ ਮਾਲਾ ਨੂੰ ਛੂਹਿਆ ਸਾਰੇ ਪਦਾਰਥ ਝੋਲੀ 'ਚ ਪੈ ਜਾਂਦੇ। ਜਿਸ ਤਰ੍ਹਾਂ ਪਾਰਸ ਹੈ, ਉਹਨੂੰ ਲੋਹੇ ਨਾ ਤਾਂਬੇ ਨਾ ਜਿਹਦੇ ਨਾ ਮਰਜ਼ੀ ਘਸਾ ਦਿਓ ਤੇ ਸੋਨਾ ਬਣਾ ਦਿੰਦਾ। ਇਸੇ ਤਰ੍ਹਾਂ ਕਵੀ ਰਾਜ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੇ ਸੋਹਣੇ ਚਰਨ ਜਿਹੜੇ ਨੇ, ਇੱਕ ਸੁੰਦਰ ਮੋਤੀਆਂ ਦੀ ਮਾਲਾ ਹੈ। ਇੱਕ ਇੱਕ ਮਣਕਾ ਫੇਰੋ ਤੇ ਹਜ਼ਾਰਾਂ ਲੱਖਾਂ ਕਰੋੜਾਂ ਹੀ ਦਾਤਾਂ ਜਿਹੜੀਆਂ ਪ੍ਰਾਪਤ ਹੋ ਜਾਂਦੀਆਂ ਹਨ। ਮਨ ਖੰਜਨ ਤਹਿ ਪਾਏ ਕੈ ਕਹੋ ਕਥਾ ਗੁਣ ਖਾਨ। ਕਹਿੰਦੇ ਜਿਹੜਾ ਮੇਰਾ ਮਨ ਹੈ, ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਚਰਨਾਂ ਦੀ ਮਾਲਾ ਨਾ, ਕਿਸੇ ਤਰੀਕੇ ਦੇ ਨਾਲ ਇਸ ਮਨ ਨੂੰ ਮੈਂ ਮਣਕਾ ਬਣਾ ਕੇ ਨਾ, ਇਹ ਚਰਨਾਂ ਰੂਪੀ ਮਾਲਾ ਦੇ ਵਿੱਚ ਫਿੱਟ ਕਰ ਦੇਣਾ। ਕੈਸਾ ਪਿਆਰ ਹੈ। ਹੁਣ ਮਹਾਰਾਜ ਦੇ ਚਰਨ ਕੀ ਆ? ਗੁਰੂ ਦੀ ਬਾਣੀ, ਗੁਰੂ ਦੀ ਸੇਵਾ ਤੇ ਗੁਰੂ ਕੀ ਟਹਿਲ। ਤੇ ਜਿਸ ਜੀਵ ਦਾ ਮਨ ਸੇਵਾ ਨੂੰ ਮੰਨਣ ਲੱਗ ਪਿਆ, ਕਥਾ ਕੀਰਤਨ ਸੁਣਨ ਵਾਸਤੇ ਰਾਜੀ ਹੋ ਗਿਆ, ਸਮਝ ਲਓ ਉਹ ਮਣਕਾ ਰੋਇਆ ਗਿਆ। ਇਸ ਕਰਕੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ, ਤੇਰੇ ਸੁੰਦਰ ਚਰਨ ਇੱਕ ਸੁੰਦਰ ਮਾਲਾ ਹੈ, ਤੇ ਇਸ ਮਨ ਨੂੰ ਮੈਂ ਉਸ ਮਾਲਾ ਦੇ ਵਿੱਚ ਫਿੱਟ ਕਰ ਦੇਵਾਂ, ਤਾਂ ਜੋ ਗੁਰੂ ਨਾਨਕ ਸਾਹਿਬ ਜੀ ਤੇਰੀ ਰਹਿਮਤ ਮੇਰੇ ਉੱਤੇ ਹੋਵੇ ਤੇ ਮੈਂ ਤੇਰੀ ਕਥਾ ਨੂੰ ਸੰਗਤਾਂ ਦੇ ਵਿੱਚ ਵੰਡ ਸਕਾਂ। ਤੇਰੀ ਬਖਸ਼ਿਸ਼ ਨੂੰ, ਤੇਰੇ ਖਜ਼ਾਨੇ ਨੂੰ ਸੰਗਤਾਂ ਨੂੰ ਗੱਫਾ ਭਰ ਭਰ ਕੇ ਵਰਤਾ ਸਕਾਂ। ਐਸੀ ਕਿਰਪਾ ਮਹਾਰਾਜ ਜੀ ਕਰ ਦੇਣਾ ਕਰੋ। ਆਓ ਸਾਰੇ ਬੇਨਤੀ ਕਰੀਏ। ਆਪਣੀ ਮਿਹਰ ਕਰ, 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 ਆਪਣੀ ਮਿਹਰ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰੋ। ਮੇਰੀ ਤੁਛ ਬੁੱਧੀ ਹੈ, ਅਗਿਆਨ ਹਾਂ, ਮੂਰਖ ਹਾਂ। ਤੁਸੀਂ ਕਿਰਪਾ ਕਰਨ ਵਾਲਿਓ, ਆਪਣੀ ਕਥਾ ਦਾ ਬਲ ਬਖਸ਼ਿਸ਼ ਕਰੋ। ਜੋ ਪਈ ਸੁਨਤ ਬੇਨਤੀ ਕਰੀ ਜੋ ਰਾਉ, ਬੋਲੇ ਸ੍ਰੀ ਗੁਰੂ ਮ੍ਰਿਤਲ ਸੁਭਾਉ। ਗੁਰੂ ਅੰਗਦ ਸਾਹਿਬ ਜੀ ਕਹਿੰਦੇ, ਭਾਈ ਬਾਲਾ ਜੀ ਫਿਰ ਅੱਗੇ ਕਥਾ ਕੀ ਹੋਈ? ਤੇ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਫਿਰ ਅੱਗੇ ਕਥਾ ਇੱਦਾਂ ਹੋਈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਾਏ ਬੁਲਾਰ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਹੁਣ ਮੇਰਾ ਸਰੀਰ ਬਿਰਧ ਹੋ ਗਿਆ, ਇਹ ਮੈਨੂੰ ਲੱਗਦਾ ਕਿ ਮੇਰੇ ਦਿਨ ਥੋੜੇ ਹੀ ਆ, ਮੈਂ ਹੁਣ ਬਹੁਤਾ ਸਮਾਂ ਇਸ ਰੰਗਲੀ ਦੁਨੀਆ ਤੇ ਨਹੀਂ ਰਵਾਂਗਾ, ਚਲਾ ਜਾਵਾਂਗਾ। तो इस करके ऐसी हालत बचन याद आया भाई वीर सिंह का। मींह बहुत पै गया तो कहते इस तरह भाई साहब पार्क दे विच टहल रहे सी ते मींह पै के हटिया तो एक बूंद जिहड़ी सी ना पानी दी, वो तार हुंदी ना एक तार जाला जिहा, उस तार दे नाल वो जिहड़ी बूंद सी वो अटक गई
ਇਹ ਭਾਈ ਸਾਹਿਬ ਜੀ ਟਹਿਲਦੇ ਕਿਉਂਕਿ ਜਿਹੜੇ ਰੂਹਾਨੀਅਤ ਦੇ ਮਾਲਕ ਹੁੰਦੇ ਉਹ ਤੇ ਪੱਤਿਆਂ ਫੁੱਲਾਂ ਨਾਲ ਵੀ ਗੱਲਾਂ ਕਰ ਲੈਂਦੇ। ਸਾਨੂੰ ਤਾਂ ਬੰਦੇ ਨੂੰ ਗੱਲ ਨਹੀਂ ਕਰਨੀ, ਸਲੀਕਾ ਹੀ ਨਹੀਂ ਆਇਆ। ਗੁਰੂ ਨਾਲ ਤਾਂ ਕੀ ਮਿਲਣਾ ਆਪਾਂ, ਹਜੇ ਤੇ ਸਾਨੂੰ ਇੱਕ ਦੂਜੇ ਨੂੰ ਮਿਲਣਾ ਹੀ ਨਹੀਂ ਆਇਆ। ਉਦੋਂ ਕਹਿੰਦੇ ਭਾਈ ਸਾਹਿਬ ਜੀ ਨੇ ਕੀ ਤੱਕਿਆ, ਕਹਿੰਦੇ ਮੀਂਹ ਪੈ ਹਟਿਆ ਤਾਰ ਨਾਲ ਇੱਕ ਤੁਮਕਾ ਸੀ ਲਟਕੰਦਾ। ਮੀਂਹ ਪੈ ਕੇ ਹਟਿਆ ਤੇ ਕਹਿੰਦੇ ਮੈਂ ਨੇੜੇ ਹੋ ਕੇ, ਇਹ ਰੂਹਾਨੀਅਤ ਦੇ ਬਚਨ ਨੇ, ਕਹਿੰਦੇ ਜਦੋਂ ਮੈਂ ਨੇੜੇ ਹੋ ਕੇ ਵੇਖਿਆ ਤੇ ਇੱਕ ਬੂੰਦ ਜਿਹੜੀ ਸੀ ਨਾ, ਇੱਕ ਤੁਮਕਾ, ਉਹ ਕਹਿੰਦੇ ਜਾਲੇ ਦੇ ਨਾਲ ਨਾ ਲਮਕਣ ਦਿਆ। ਕਹਿੰਦੇ ਮੀਂਹ ਪੈ ਹਟਿਆ ਤਾਰ ਨਾਲ ਇੱਕ ਤੁਮਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ। ਕਹਿੰਦੇ ਵੀ ਉਹ ਹਵਾ ਦਾ ਝੋਕਾ ਵੇ ਤੇ ਠਾਂ ਨੂੰ ਜਾਵੇ ਤੇ ਫੇਰ ਲਾਗੇ ਜਾ ਕੇ ਤੇ ਫੇਰ ਤਾਂ ਨੂੰ ਆ ਜਾ ਕੇ। ਕਹਿੰਦੇ ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਾਉਂਦਾ। ਕਹਿੰਦੇ ਭਾਈ ਸਾਹਿਬ ਮੈਂ ਉਹਨੂੰ ਪੁੱਛਣਾ ਕੀਤਾ ਵੀ ਇਹ ਕੀ ਪ੍ਰੋਗਰਾਮ ਆ, ਵੀ ਤੂੰ ਕਦੇ ਤਾਂ ਜਾਣਾ ਕਦੇ ਠਾਂ ਜਾਣਾ, ਝੂਟੇ ਜੇ ਲਈ ਜਾਂਦਾ ਇਹ ਕੀ ਚੱਕਰ ਹੈ, ਵੀ ਥੱਲੇ ਨਹੀਂ ਜਾਣਾ ਚਾਹੁੰਦਾ ਕਿ ਉੱਤੇ ਰਹਿਣਾ ਚਾਹੁੰਦਾ। ਕਹਿੰਦੇ ਉਹ ਅੱਗੋਂ ਰੋ ਪਿਆ, ਇੱਕ ਕਲਪਨਾ ਹੀ ਹੈ। ਕਹਿੰਦੇ ਪੁੱਛਿਆ ਰੋਏ ਸੁਣੰਦਾ, ਜਦੋਂ ਰੋਇਆ ਤੇ ਮੈਂ ਪੁੱਛਿਆ ਵੀ ਰੋਇਆ ਕਿਉਂ। ਕਹਿੰਦਾ ਆਕਾਸ਼ਾਂ ਤੋਂ ਲੱਖਾਂ ਸਾਥੀ ਇਕੱਠੇ ਹੋ ਸਾਏ, ਐ ਪਰ ਯਾਰ ਕਿੱਥੇ ਗੁੰਮ ਹੋ ਗਏ ਮੈਨੂੰ ਨਜ਼ਰ ਨਾ ਆਏ। ਇਹ ਰੂਹਾਨੀਅਤ ਹੈ। ਤੁਸੀਂ ਕਿੰਨੇ ਇਕੱਠੇ ਜੰਮੇ, ਕਿੰਨਿਆਂ ਦੇ ਵਿਆਹ ਇਕੱਠਿਆਂ ਦੇ ਹੋਏ, ਕਿੰਨੇ ਇਕੱਠੇ ਪੜ੍ਹਦੇ ਰਹੇ, ਕਿੰਨੇ ਇਕੱਠੇ ਖੇਡਦੇ ਰਹੇ, ਤੇ ਅੱਜ ਤੁਹਾਡੇ ਚੋਂ ਅੱਧੇ ਤੁਰ ਗਏ। ਆਖੋ ਸਤਨਾਮ ਸ੍ਰੀ। ਤੋ ਇਸ ਕਰਕੇ ਹਮਾਰੇ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਿਰਪਾ ਕਰਨ। ਭਾਈ ਸਾਹਿਬ ਕਹਿੰਦੇ ਉਸ ਬੂੰਦ ਨੂੰ ਪੁੱਛਿਆ ਵੀ ਰੋਂਦੀ ਕਿਉਂ ਹੈ। ਉਹ ਕਹਿੰਦੀ ਰੋਂਦੀ ਇਸ ਕਰਕੇ ਆ ਵੀ ਜਦੋਂ ਬੱਦਲ ਵਰਸਿਆ ਸੀ ਨਾ, ਸਾਡੀ ਬਹੁਤ ਗਿਣਤੀ ਸੀ ਜਦੋਂ ਵਰਖਾ ਹੋ ਰਹੀ ਸੀ, ਤੇ ਕਹਿੰਦੇ ਮੇਰੇ ਨਾਲ ਦੇ ਸੱਜਣ ਮਿੱਤਰ ਅਸੀਂ ਇਕੱਠੇ ਹੋ ਸਾਂ ਆਏ, ਉੱਤੋਂ ਇਕੱਠੇ ਹੀ ਆਏ ਸੀ। ਕਹਿੰਦੇ ਮੇਰੀ ਬਦਕਿਸਮਤੀ, ਮੈਂ ਇਸ ਪੱਤੇ ਤੇ ਡਿੱਗ ਪਈ ਤੇ ਦੂਜੇ ਧਰਤੀ ਤੇ ਡਿੱਗ ਪਏ। ਹੁਣ ਉਹ ਧਰਤੀ ਮਾਂ ਸੀ, ਉਹਨੇ ਡਿੱਗਦਿਆਂ ਨੂੰ ਆਪਣੀ ਗੋਦੀ 'ਚ ਸੰਭਾਲਿਆ, ਕਿਉਂਕਿ ਜਿਹੜਾ ਮਿੱਟੀ ਤੇ ਪਾਣੀ ਦੀ ਬੂੰਦ ਡਿੱਗ ਪਈ ਉਹ ਸਮਾ ਗਈ। ਕਹਿੰਦਾ ਮੈਂ ਹੁਣ ਫਸਿਆ ਖੜੋਤਾ। ਕਹਿੰਦਾ ਛਾਲ ਮਾਰ ਕੇ ਥੱਲੇ ਨੂੰ ਜਾਨਾ ਵਾ, ਜਦੋਂ ਥੱਲੇ ਜਾਨਾ ਵਾ ਤੇ ਮੈਨੂੰ ਦੀਦਾ ਕੋਈ ਨਹੀਂ। ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣੰਦਾ। ਕਹਿੰਦਾ ਆਕਾਸ਼ਾਂ ਤੋਂ ਲੱਖਾਂ ਸਾਥੀ ਇਕੱਠੇ ਹੋ ਸਾਏ, ਐ ਪਰ ਯਾਰ ਕਿੱਥੇ ਉਹ ਗੁੰਮ ਗਏ ਮੈਨੂੰ ਨਜ਼ਰ ਨਾ ਆਏ। ਇਹਦੇ ਮੈਂ ਤੇ ਉਹਨਾਂ ਨੂੰ ਲੱਭਦਾ ਨੀਵੀਂ ਝਾਤੀ ਮਾਰ ਕੇ ਵੀ ਕਿੱਥੇ ਚਲੇ ਗਏ, ਪਰ ਉਹ ਕੋਈ ਲੱਭਦਾ ਨਹੀਂ ਹੋਣਾ। ਇਹਦੇ ਅੰਦਰੀਵੀ ਅਰਥ ਨੇ ਵੀ ਆਪਣੇ ਨਾਲ ਕਲਾਸ ਫੈਲੋ ਸੀ, ਕਿੰਨੇ ਆਪਣੇ ਨਾਲ ਜੌਬ ਕਰਦੇ ਸੀ, ਕਿੰਨਿਆਂ ਨਾਲ ਆਪਣਾ ਪ੍ਰੇਮ ਸੀ, ਅੱਜ ਉਹਨਾਂ ਦੇ ਭੋਗ ਪੈ ਚੁੱਕੇ ਆ ਤੇ ਉਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਚਲੇ ਗਏ। ਤੇ ਇਸ ਕਰਕੇ ਰਾਏ ਬੁਲਾਰ ਜੀ ਕਹਿੰਦੇ ਬਾਬਾ ਹੁਣ ਲੱਗਦਾ ਦਿਨ ਥੋੜ੍ਹੇ ਰਹਿ ਗਏ ਆ, ਤੇ ਮੈਨੂੰ ਆਪਣੇ ਅਸਲੀ ਸਰੂਪ ਦੀ ਪਛਾਣ ਕਰਾ ਦੇ ਕਿ ਬੰਦੇ 'ਚ ਕੀ ਬੋਲੀ ਜਾਂਦਾ ਤੇ ਕੀ ਨਿਕਲਦਾ, ਤੇ ਕਿਹੜੀ ਚੀਜ਼ ਵਿੱਚ ਆਈ ਤੇ ਕਿਹੜੀ ਗਈ। ਤੇ ਮਹਾਰਾਜ ਕਹਿੰਦੇ ਬੇਨਤੀ ਸੁਣੀ, ਸੁਣਤ ਬੇਨਤੀ ਕਰੀ ਜੇ ਰਾਉ। ਰਾਏ ਬੁਲਾਰ ਬੇਨਤੀ ਕਰਦਾ ਹੈ ਤੇ ਬੋਲੇ ਸ੍ਰੀ ਗੁਰ ਮਿਰਦਲ ਸੁਭਾਉ। ਫਿਰ ਗੁਰੂ ਨਾਨਕ ਸਾਹਿਬ ਜੀ ਮਿੱਠਾ ਪਿਆਰ ਰਸ ਦੇ ਵਿੱਚ ਬੋਲਣਾ ਕੀਤਾ। ਓ ਭੂਪਤ ਤੁਮ ਆਪਨ ਹੰਤਾ, ਕਿਹ ਮੈਂ ਧਰੀ ਕਹੋ ਬਿਰਤੰਤਾ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਬਾਪੂ ਤੇਰੀ ਹੰਗਤਾ ਕਿੱਥੇ ਕੁ ਖੜੋਤੀ ਆ। ਆਖੋ ਸਤਨਾਮ। ਹੰਗਤਾ ਸਮਝਦੇ ਜੀ, ਇਹ ਥੋੜਾ ਜਿਹਾ ਪ੍ਰਸੰਗ ਨਾ ਡੂੰਘਾ ਵਾ। ਪਹਿਲੇ ਪ੍ਰਸੰਗ ਥੋੜੇ ਜਿਹੇ ਹਾਸ ਰਸ ਸੀ, ਸੌਖੇ ਸਮਝ ਆਉਂਦੇ। ਇਹ ਉਹਨੂੰ ਹੀ ਸਮਝ ਆਉਣਾ ਜਿਹੜਾ ਬਿਲਕੁਲ ਧਿਆਨ ਨਾਲ ਸੁਣੂਗਾ ਤੇ ਥੋੜਾ ਬਹੁਤ ਪਾਠ ਕਰ ਲੈਂਦਾ ਜਾਂ ਜੁੜਿਆ, ਦੂਜੇ ਦੇ ਵੱਸ ਨਹੀਂ ਗੱਲ ਨਹੀਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੀ ਹੰਗਤਾ ਤੁਹਾਡੀ ਕਿੱਥੇ ਐ ਇਸ ਵੇਲੇ। ਹੰਗਤਾ ਕਹਿੰਦੇ ਹਉਮੈ ਨੂੰ,
ਕਹਿੰਦੇ ਕਿਹੜੀ ਚੀਜ਼ ਤੇ ਤੁਹਾਡੀ ਹਉਮੈ ਟਿਕੀ ਹੈ। ਹਉਮੈ ਦਾ ਭਾਵ ਕਿਹੜੀ ਚੀਜ਼ ਨੂੰ ਆਪਣੀ ਸਮਝਦੇ ਹੋ। ਹੁਣ ਕਿਸੇ ਨੂੰ ਸਭ ਤੋਂ ਪਿਆਰੀ ਹੁੰਦੀ ਆਪਣੀ ਘਰ ਵਾਲੀ, ਕਿਸੇ ਨੂੰ ਸਭ ਤੋਂ ਪਿਆਰੇ ਹੁੰਦੇ ਆਪਣੇ ਬੱਚੇ, ਕਿਸੇ ਨੂੰ ਸਭ ਤੋਂ ਪਿਆਰੇ ਹੁੰਦੇ ਆਪਣੇ ਪੋਤਰੇ, ਕਿਸੇ ਨੂੰ ਸਭ ਤੋਂ ਪਿਆਰਾ ਹੁੰਦਾ ਆਪਣਾ ਹੁਸਨ। ਨਵਾ ਧਵਾ ਕੇ ਰੱਖੀਦਾ, ਕੱਪੜੇ ਕੁਪੜੇ ਪਾ ਕੇ, ਮੱਖੀ ਨਹੀਂ ਬਹਿਣ ਦਿੰਦੇ। ਆਖੋ ਸਤਨਾਮ। ਸਾਬਣ ਖੋਰ ਛੱਡੇ ਬੋਰਿਆਂ ਦੇ ਬੋਰੇ ਹੈ, ਕਰੀਮਾਂ ਦੀਆਂ ਸੀਸੀਆਂ ਵਿਹਲੀਆਂ ਕਰ ਛੱਡੀਆਂ ਜੇ, ਤੇਲ ਮੁਕਾ ਛੱਡੇ ਐ। ਇਹ ਸੱਚਾਈ ਹੈ। ਕਈਆਂ ਨੂੰ ਆਪਣੀ ਹੰਗਤਾ ਆਪਣੇ ਰੂਪ ਤੇ, ਕਿਸੇ ਨੂੰ ਆਪਣੀ ਜੌਬ ਤੇ ਵੀ ਮੇਰੀ ਜੌਬ ਬੜੀ ਵੱਡੀ, ਮੇਰੇ ਕੋਲ DJP ਦਾ ਰੈਂਕ ਹੈ, ਮੈਂ SSP ਹਾਂ, ਮੈਂ ਸਬ ਇੰਸਪੈਕਟਰ ਹੈ, ਤੇ ਮੈਂ ਸੇਵਾਦਾਰ ਭਾਵੇਂ ਛੋਟੀ ਤੋਂ ਛੋਟੀ ਪੋਸਟ ਆ, ਆਪਣੀ ਹੰਗਤਾ ਤੇ ਹੈਗੀ ਆ। ਉਹਨੇ ਸਿਆਣੇ ਕਿਹਾ ਵੱਡੇ ਅਦਾਰੇ 'ਚ ਤੇ ਚਪੜਾਸੀ ਨਹੀਂ ਮਾਣ ਹੁੰਦਾ। ਤੋ ਇਸ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰੇ, ਹਰ ਬੰਦੇ ਦੇ ਅੰਦਰ ਹੰਗਤਾ ਹੈ, ਸਾਨੂੰ ਵੀ ਹੈ। ਕੀ ਹੰਗਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਹਾਂ। ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹਦੀ ਵਜ਼ੀਰੀ ਮਿਲੀ ਸਾਨੂੰ, ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਦੱਸ ਤੈਨੂੰ ਕਿਹੜੀ ਚੀਜ਼ ਪਿਆਰੀ ਲੱਗਦੀ ਜ਼ਿਆਦੀ। ਤੁਹਾਨੂੰ ਪੁੱਛੇ ਤੁਹਾਨੂੰ ਕਿਹੜੀ ਲੱਗਦੀ? ਬਹੁਤਿਆਂ ਦਾ ਇਹੀ ਜਵਾਬ ਹੋਊਗਾ ਆਪਣਾ ਪਰਿਵਾਰ, ਬਹੁਤਿਆਂ ਦਾ ਜਵਾਬ ਹੋਊ ਜੌਬ, ਬਹੁਤਿਆਂ ਦਾ ਜਵਾਬ ਹੋਊਗਾ ਬੱਚੇ ਬੱਚੀਆਂ, ਤੇ ਬਹੁਤੇ ਵਿੱਚ ਇੱਦਾਂ ਦੇ ਹੋਣਗੇ ਜਿਹੜੇ ਕਹਿਣਗੇ ਮੈਨੂੰ ਸਭ ਤੋਂ ਪਿਆਰਾ ਤਾਂ ਮੇਰਾ ਸਰੀਰ ਹੀ ਲੱਗਦਾ, ਇਹਨੂੰ ਮੈਂ ਕਿਤੇ ਕੁਝ ਹੋ ਜੇ ਤੇ ਉਸੇ ਵੇਲੇ ਮੇਰੇ ਭਾਦੀ ਬਣ ਜਾਂਦੀ ਹੈ। ਵੀ ਜੇ ਕਿਤੇ ਕਾਲਾ ਛਿੱਟਾ ਪੈ ਜੇ, ਜਿੰਨਾ ਚਿਰ ਉਹ ਲੈ ਨਹੀਂ ਜਾਂਦਾ ਉਹਨਾਂ ਚਿਰ ਸਕੂਨ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਬਾਪੂ ਜੀ ਮੈਨੂੰ ਦੱਸਣਾ ਕਰੋ ਵੀ ਤੁਹਾਨੂੰ ਹੰਗਤਾ ਕਿਹੜੀ ਚੀਜ਼ ਦੀ ਹੈ। ਤੁਰਕ ਜਨਮ ਮਮ ਦੀਨ ਦਿਆਲਾ। ਰਾਏ ਬਲਾਰ ਜੀ ਕਹਿਣ ਲੱਗੇ ਵੀ ਸਭ ਤੋਂ ਵੱਡੀ ਹੰਗਤਾ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਬਾਪੂ ਸੱਚ ਰੱਖੀ, ਪੜਦਾ ਨਾ ਤਕਾਈ। ਜੇ ਕੁਝ ਲੈਣਾ ਹੀ ਨਾ ਤੇ ਖੋਲ ਦੇ। ਹੁਣ ਤੁਸੀਂ ਵੀ ਗੁਰੂ ਅੱਗੇ ਖੋਲ ਦਿਆ ਕਰੋ। ਕਈ ਵਾਰੀ ਬੰਦਾ ਨਾ ਦੁਨਿਆਵੀ ਲੋਕਾਂ ਤੋਂ ਬਚਣ ਦਾ ਮਾਰਾ ਆਪਣੇ ਗੁਨਾਹ ਢੱਕ ਲੈਂਦਾ, ਪਰ ਇੱਥੇ ਨੰਗੇ ਕਰ ਦਾਂਗੇ ਤੇ ਵਧੀਆ ਗੱਲ ਹੈ। ਜਦੋਂ ਫਿਰ ਉਹਨੇ ਕੀਤੇ ਫਿਰ ਔਖਾ, ਫਿਰ ਔਖਾ ਹੈ। ਆਪਣਾ ਗੁਨਾਹ ਕਬੂਲ ਕਰ ਲੈਣਾ ਬਚ ਜਾਂਦਾ, ਤੇ ਜਦੋਂ ਫਿਰ ਅਗਲੇ ਕਰਾਉਂਦੇ ਆ ਫਿਰ ਤੇ ਰਿਮਾਂਡ ਤੇ ਚੜਾ ਕੇ ਕਰਾ ਲੈਂਦੇ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਜੇ ਕੁਝ ਲੈਣਾ ਤੇ ਫਿਰ ਝੂਠ ਨਾ ਬੋਲੀ। ਤੇ ਅੱਗੋਂ ਰਾਏ ਬਲਾਰ ਕਹਿੰਦਾ ਜੀ ਸਭ ਤੋਂ ਵੱਡੀ ਤੇ ਹੰਗਤਾ ਮੇਰੀ ਦੀਨ ਦਿਆਲ ਇਹ ਆ ਕਿ ਮੈਂ ਤੁਰਕਾਂ ਦੀ ਉੱਚੀ ਕੁਲ ਦੇ ਵਿੱਚ ਜਨਮ ਲਿਆ। ਹੁਣ ਕਈ ਬੰਦਿਆਂ ਦੀ ਅਕਲ ਸ਼ਕਲ ਭਾਵੇਂ ਨਾ ਹੀ ਚੱਜਦੀ ਹੋਵੇ, ਉਹ ਚੰਗੇ ਘਰ ਜੰਮੇ ਹੋਣ ਤੇ ਮਾੜੇ ਬੰਦੇ ਦੇ ਪੈਰ ਹੀ ਨਹੀਂ ਲੱਗਣ ਦਿੰਦੇ। ਉਹ ਕਹਿੰਦੇ ਜਾ ਪਰੇ ਤੂੰ ਉੱਥੇ ਜਾ ਕੇ ਬਹਿ ਬੋਰੀ ਤੇ। ਤੇ ਹੁਣ ਥੋੜ੍ਹਾ ਜਿਹਾ ਲੋਕੀ ਪੜ੍ਹ ਲਿਖ ਗਏ ਤੇ ਵਿਤਕਰਾ ਖਤਮ ਹੋਇਆ। ਨਹੀਂ ਤੇ ਪਹਿਲਾਂ ਲੋਕੀ ਜਿਹੜਾ ਆਮ ਘਰ 'ਚ ਕੰਮ ਕਰਨ ਵਾਲਾ ਸੀ ਉਹਨੂੰ ਕਹਿਣਾ ਉੱਥੇ ਬਹਿ, ਤੂੰ ਚੌਂਕੇ ਦੇ ਲਾਗੇ ਨਹੀਂ ਆਉਣਾ। ਹੁਣ ਤੇ ਚਲੋ ਪੜ੍ਹ ਲਿਖ ਗਏ ਆ ਹਿਸਾਬ ਦੇ ਨਾਲ ਵੀ ਸਾਰਾ ਕੰਮ ਤੇ ਹੁਣ ਭਈਏ ਹੀ ਕਰਨ ਦੇ ਆ ਕੇ ਅੱਗੇ। ਨਹੀਂ ਤੇ ਭਈਆ ਸ਼ਬਦ ਜਿਹੜਾ ਨਾ ਕੰਮ ਵਾਲਾ, ਉਹਨੂੰ ਕੋਈ ਚੌਂਕੇ ਤੇ ਐਂਟਰੀ ਨਹੀਂ ਸੀ ਕਰਨ ਦਿੰਦਾ। ਉਹਨੂੰ ਬਸ ਵੱਖਰਾ ਕਮਰਾ ਤੇ ਡੰਗਰਾਂ ਕੋਲ ਪੱਠੇ ਪਾ ਕੇ ਤੇ ਉੱਥੇ ਰੋਟੀ ਦੇਉਣੀ। ਹੁਣ ਆਪਣਾ ਦੇ ਕੇ ਇੱਕ ਬੱਚਾ ਬਾਹਰ ਚਲੇ ਗਿਆ, ਹੁਣ ਆਟਾ ਵੀ ਉਹ ਲਿਆਉਂਦੇ, ਭਿਉਂਦੇ ਵੀ ਉਹ ਹੈ, ਬੈਂਕ ਵੀ ਉਹ ਜਾਂਦੇ ਹੈ, ਦਵਾਈਆਂ ਵਾਲੀ ਦੁਕਾਨ 'ਤੇ ਵੀ ਉਹ, ਸਾਰਾ ਸਿਸਟਮ ਹੀ ਉਹਨਾਂ ਕੋਲ ਹੈ। ਸੋ ਰਹੋ ਵਿਚਾਰ। ਮਾਰੇ ਕਹਿੰਦੇ ਤੈਨੂੰ ਹੰਗਤਾ ਕਾਹਦੀ ਹੈ? ਕਹਿੰਦਾ ਜੀ ਸੱਚ ਦੱਸਾਂ ਸਭ ਤੋਂ ਵੱਡੀ ਹੰਗਤਾ ਹੈ ਕਿ ਮੈਂ ਉੱਚੇ ਘਰਾਣੇ ਦੇ ਵਿੱਚ ਜਨਮ ਲਿਆ ਹੈ। ਆਰ ਬਲਾ ਬਿਰਦ ਮਮ ਸਿਤ ਬਲਾ। ਹੋਰ ਕਹਿੰਦੇ ਉਦੋਂ ਵੱਡੀ ਹੰਗਤਾ ਹੈ ਕਿ ਮੈਂ ਬਜ਼ੁਰਗ ਹਾਂ। ਕਈ ਬੰਦੇ ਕਹਿਣਗੇ ਨਾ ਕਾਕਾ ਕੰਮ ਕਰ ਜਾ ਕੇ, ਜਿੰਨੀ ਤੇਰੀ ਉਮਰ ਹੈ ਸਾਡਾ ਤਜਰਬਾ ਹੀ ਹੈ। ਉਹਨੂੰ ਹਉਮੈ ਕਹਿੰਦੇ, ਹਉਮੈ ਹੰਕਾਰ ਬੋਲਦਾ। ਕਈ ਬੰਦਿਆਂ 'ਚ ਬੜਾ ਹੁੰਦਾ ਹੋਵੇ ਜਾਓ ਕੰਮ ਕਰੋ, ਕੱਲ੍ਹ ਦੇ ਜਵਾਕ ਆ, ਸਾਡੀ ਉਮਰ ਲੰਘ ਗਈ, ਦਾੜੇ ਚਿੱਟੇ ਹੋ ਗਏ। ਇਹ ਸੱਚਾਈ ਹੈ ਵੀ ਹਰ ਬੰਦਾ ਸ਼ਿਕਾਰ ਹੈ। ਰਾਏ ਬਲਾਰ ਨੇ ਦੱਸਣਾ ਸ਼ੁਰੂ ਕਰਤਾ, ਕਹਿੰਦੇ ਮਹਾਰਾਜ ਪਹਿਲਾਂ ਤਾਂ ਮੈਨੂੰ ਹਉਮੈ ਆ ਕਿ ਮੈਂ ਸਰਮੌਰ ਤੁਰਕਾਂ ਦੇ ਘਰ ਪੈਦਾ ਹੋਇਆ, ਜੱਦੀ ਪੁਸ਼ਤੀ ਰਾਜਿਆਂ ਦੇ ਘਰ। ਤੇ ਦੂਜੀ ਕਹਿੰਦੇ ਵੀ ਮੈਨੂੰ ਆਪਣੇ ਆਪ ਤੇ ਹੰਗਤਾ ਕਿ ਮੇਰੀ ਉਮਰ ਬਹੁਤ ਵਡੇਰੀ ਹੈ, ਭਾਵ ਮੈਂ ਸਾਰੀ ਦੁਨੀਆ ਇਹਨਾਂ ਹੱਥਾਂ ਦੇ ਪੋਟਿਆਂ ਤੇ ਨਗਾ ਦਿੱਤੀ ਹੈ।
ਹਾਂਜੀ। ਚਰਮ ਸਿਥਲ ਮੈਂ ਨਿਰਬਲ ਹੋਇਆ। ਉਹ ਕਹਿੰਦੇ ਮਹਾਰਾਜ ਹੁਣ ਮੇਰੇ ਵਾਲ ਵੀ ਚਿੱਟੇ ਹੋ ਗਏ ਅਤੇ ਦਾੜਾ ਵੀ ਚਿੱਟਾ ਹੋ ਗਿਆ, ਤੇ ਚਮੜੀ ਜਿਹੜੀ ਹੈ ਚਰਮ ਸਿਥਲ ਮੈਂ ਨਿਰਬਲ ਹੋਇਓ। ਕਹਿੰਦੇ ਮੇਰੀ ਚਮੜੀ ਉਹ ਲਮਕ ਗਈ। ਆਖੋ ਸਤਿਨਾਮ। ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ, ਸਰੀਰ ਲਮਕ ਜਾਂਦਾ, ਢਲ ਜਾਂਦਾ, ਮਾਸ ਬਾਹਾਂ ਲੱਤਾਂ ਨਾਲ ਹੋਰ ਹੀ ਤਰ੍ਹਾਂ ਦੇ ਬਣ ਜਾਈਦਾ। ਤੋ ਰਾਏ ਬੁਲਾਰ ਕਹਿੰਦੇ ਵੀ ਹੁਣ ਮੇਰਾ ਸਰੀਰ ਜਿਹੜਾ ਹੈ, ਇਹ ਚਮੜੀ ਮੇਰੀ ਜਿਹੜੀ ਹੈ, ਕੇਸ ਚਿੱਟੇ ਹੋ ਗਏ ਤੇ ਲਮਕ ਗਈ ਹੈ। ਕੰਪਤ ਸਿਰ ਮੈਂ ਵਿਸ਼ਿਅਨ ਭੋਇਓ। ਔਰ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਹੁਣ ਮੇਰਾ ਸਿਰ ਵੀ ਆਪੇ ਕੰਬੀ ਜਾਂਦਾ। ਏਦਾਂ ਏਦਾਂ ਕਰਦਾ ਨਾ ਕਈਆਂ ਦਾ ਸਿਰ, ਹੱਥ ਵੀ ਏਦਾਂ ਏਦਾਂ ਕਰੀ ਜਾਂਦੇ ਹੈ। ਤੇ ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਵਿਸ਼ੇ ਵਿਕਾਰ ਇੰਨੇ ਕੁ ਭੋਗੇ ਆ, ਕਿਉਂਕਿ ਮੈਂ ਜੰਮਿਆ ਰਾਜੇ ਦੇ ਘਰ ਸੀ। ਰਾਜਿਆਂ ਦੇ ਘਰ ਮੋਤੀਆਂ ਦਾ ਕਿਹੜਾ ਕਾਲ ਹੁੰਦਾ। ਸਾਰੀ ਸੱਚਾਈ ਦੱਸਣ ਦੇ। ਕਥਾ ਬੜੀ ਪਿਆਰੀ, ਥੋੜੀ ਧਿਆਨ ਨਾਲ ਸੁਣਨੀ ਪੈਣੀ ਹੈ, ਕਿਉਂਕਿ ਅੱਜ ਸੱਚ ਨਹੀਂ ਕੋਈ ਦੱਸਦਾ। ਹਰ ਬੰਦਾ ਦੂਜੇ ਦਾ ਚਿਹਰਾ ਵੇਖਦਾ, ਕਿਉਂਕਿ ਆਪਣਾ ਤੇ ਦੀਦਾ ਹੀ ਨਹੀਂ ਨਾ। ਆਪਣੀਆਂ ਅੱਖਾਂ ਨੂੰ ਆਪਣਾ ਚਿਹਰਾ ਹੋਰ ਸਾਰਿਆਂ ਦੇ ਦੀਦੇ ਆ। ਜੀ ਆਪਣਾ ਚਿਹਰਾ ਵੇਖਣਾ ਤੇ ਸੀਸਾ ਲਿਆਉਣਾ ਪੈਣਾ। ਤੇ ਸੀਸਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਿਹੜਾ ਪੜ੍ਹਨਾ ਸ਼ੁਰੂ ਕਰਦੇ ਵੇਖਣਾ। ਤੋਂ ਰਾਏ ਬੁਲਾਰ ਜੀ ਨੇ ਆਖਿਆ ਮਹਾਰਾਜ ਹੁਣ ਤੇ ਲੱਤਾਂ ਵੀ ਕੰਬੀ ਜਾਂਦੀਆਂ, ਦਾੜਾ ਵੀ ਚਿੱਟਾ, ਕੇਸ ਵੀ ਚਿੱਟਾ, ਤੇ ਬਾਹਾਂ ਵੀ ਤੇ ਸਿਰ ਵੀ ਲੀ ਜਾਂਦਾ। ਬਹੁਤ ਮਾੜੇ ਕਰਮ ਕੀਤੇ ਹਨ। ਮਮ ਬਨਤਾ ਮੇਰੇ ਸੁਤ ਨਾਤੀ। ਹਾਂਜੀ। ਮਮ ਸੋਦਰ ਏ ਮੇਰੇ ਗਿਆਤੀ। ਕਹਿੰਦੇ ਮੇਰੀ ਇਸਤਰੀ, ਇਹ ਵੀ ਮੈਨੂੰ ਹੰਗਤਾ ਹੈ ਕਿ ਮੇਰੀ ਘਰ ਵਾਲੀ ਆ। ਦੂਜੀ ਹੰਗਤਾ ਹੈ ਮੇਰੇ ਪੁੱਤਰ ਹੈ। ਨਾਤੀ ਤੇ ਅੱਗੇ ਕਹਿੰਦੇ ਗਿਆਤੀ, ਜਿਹੜੇ ਆਪਣੇ ਪੁੱਤਰ ਦੇ ਪੋਤਰੇ। 1 ਲੱਖ ਪੂਤ 1.25 ਲੱਖ ਨਾਤੀ। ਨਾਤੀ ਕਹਿੰਦੇ ਪੋਤਰੇ ਨੂੰ। ਰਾਵਣ ਦਾ 1 ਲੱਖ ਮੁੰਡਾ ਤੇ 1.25 ਲੱਖ ਪੋਤਰਾ ਬਾਣੀ ਕਹਿੰਦੀ। ਤੋ ਕਹਿੰਦੇ ਹਨ ਕਿ ਜਿਹੜੇ ਇਹ ਮੇਰੇ ਪੁੱਤ ਪੋਤਰੇ ਤੇ ਰਿਸ਼ਤੇਦਾਰ ਨੇ, ਗਿਆਤੀ ਮੈਨੇ ਸ਼ਰੀਕਾ ਭਾਈਚਾਰਾ, ਮੈਨੂੰ ਇਹਨਾਂ ਦੀ ਵੀ ਹੰਗਤਾ ਵਾ, ਹਉਮੈ ਆ ਕਿ ਮੇਰੇ ਇੰਨੇ ਪਰਿਵਾਰ, ਮੇਰੇ ਇੰਨੇ ਮਾਮੇ, ਮੇਰੀਆਂ ਇੰਨੀਆਂ ਮਾਸੀਆਂ, ਮੇਰੇ ਇੰਨੇ ਪੁੱਤ ਤੇ ਮੇਰੇ ਇੰਨੇ ਹਾਂਜੀ ਪੋਤਰੇ। ਜਾਣੀ ਆਪਣੀ ਹੰਗਤਾ ਦਾ ਜ਼ਿਕਰ ਕਰ ਰਿਹਾ ਰਾਏ ਬੁਲਾਰ ਵੀ ਕਾਹਦਾ ਹੰਕਾਰ ਹੈ ਬੰਦੇ ਨੂੰ। ਆਪਾਂ ਨੂੰ ਇਦਾਂ ਹੀ ਆ ਵੀ 2 ਬੱਚੇ ਆਪਣੇ ਉੱਥੇ ਹੈ, 1 ਬੱਚਾ ਇੱਥੇ ਹੈ, 1 ਬੱਚਾ ਉੱਥੇ ਹੈ, ਇੰਨਾ ਕਾਰੋਬਾਰ, ਸਾਨੂੰ ਕਿਸੇ ਤੋਂ ਕੀ ਲੈਣਾ। ਆਮ ਹੀ ਬੰਦਾ ਹੰਕਾਰ 'ਚ ਬੋਲ ਜਾਂਦਾ ਕਈ ਵੇਲੇ ਵੀ ਸਾਡੇ ਤੇ ਬੰਦੇ ਘਰ ਦੇ ਹੀ ਬੜੇ ਜੀ, ਸਾਡੀ ਤੇ ਦਾੜੀ ਚਿੱਟੀ ਹੋ ਗਈ, ਕੱਲ੍ਹ ਦੇ ਕਥਾਵਾਚਕ ਸਾਨੂੰ ਸਮਝਾਉਣਗੇ। ਆਮ ਹੀ ਆ ਜਾਂਦਾ ਕਈ ਬੰਦਿਆਂ। ਜੋ ਤੁਹਾਡਾ ਪਿਆਰ ਤੁਸੀਂ ਆਉਣੇ ਨੇ, ਉਹੋ ਜਿਹੇ ਬੰਦੇ ਨੂੰ ਕਥਾ ਸੁਣਾਓ, ਕਹਿੰਦਾ ਜਾ ਪਰੇ, ਜਿੰਨੀ ਇਹਨਾਂ ਨੂੰ ਆਉਂਦੀ ਇੰਨੀ ਤੇ ਮੈਂ ਉੱਦਾਂ ਹੀ ਸੁਣੀ ਆ। ਤੇ ਮਹਾਰਾਜ ਕਹਿੰਦੇ ਰਾਏ ਬੁਲਾਰ ਸਾਰਾ ਕੁਝ ਦੱਸ ਰਿਹਾ ਮਹਾਰਾਜ ਜੀ ਨੂੰ। ਨਾਮ ਬੁਲਾਰ ਵਿਖੇ ਮਮ ਹੰਤਾ। ਸੰਬੰਧਨ ਮੈਂ ਲਕੋ ਇਦੰਤਾ। ਕਹਿੰਦੇ ਮਹਾਰਾਜ ਨੂੰ ਕਹਿੰਦਾ ਜਿਹੜਾ ਮੇਰਾ ਨਾਂ ਨਾ ਬੁਲਾਰ, ਰਾਏ ਬੁਲਾਰ, ਜਦੋਂ ਲੋਕੀ ਲੈਂਦੇ ਆ ਤੇ ਇਹ ਵੀ ਮੈਨੂੰ ਹੰਕਾਰ ਹੈ, ਇਹ ਵੀ ਮੈਨੂੰ ਮਾਣ ਜਿਹਾ ਦਵਾ ਦਿੰਦਾ ਕਿ ਮੈਂ ਰਾਏ ਬੁਲਾਰ ਹਾਂ। ਮੈਂ ਕੌਣ ਹਾਂ? ਇਹ ਸਾਰੀ ਹੰਗਤਾ ਦੀ ਬਾਤ ਰਾਏ ਜੀ ਨੇ ਗੁਰੂ ਨਾਨਕ ਦੇ ਅੱਗੇ ਰੱਖ ਦਿੱਤੀ। ਏ ਭੂਪਤ ਏ ਤਨ ਕੇ ਧਰਮ। ਆਪ ਰੂਪੇ ਭਾਇਉਰ ਪਰਮਾ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹ ਤੁਹਾਡਾ ਭਰਮ ਆ। ਜੋ ਜੋ ਤੁਸੀਂ ਕਹਿੰਦੇ ਨਾ ਸਾਨੂੰ, ਇਹ ਤੁਹਾਡੇ ਵਿੱਚ ਹੈ ਨਹੀਂ ਆ। ਤੁਸੀਂ ਦੱਸੀ ਦੇ ਜਾ ਰਹੇ ਵੀ ਮੈਂ ਬੜੇ ਪਾਪ ਕੀਤੇ, ਵਕਾਰ ਭੋਗੇ, ਮੈਨੂੰ ਰਾਜੀ ਹੋਣ ਦਾ ਹੰਕਾਰ ਹੈ, ਮੈਨੂੰ ਪੁੱਤਾਂ ਦਾ ਹੰਕਾਰ ਹੈ, ਮੈਨੂੰ ਮਾਇਆ ਦਾ ਹੰਕਾਰ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਬਾਪੂ ਸੱਚ ਪੁੱਛੇ ਤੇ ਤੂੰ ਬਹੁਤ ਹੀ ਸੋਹਣਾ ਇਨਸਾਨ ਹੈ। ਤੂੰ ਤੋਂ ਹੀ ਹੁਣ ਅਸੀਂ ਉਲਟ ਚੱਲਦੇ ਹਾਂ। ਅਸੀਂ ਆਪਣੀਆਂ ਬੁਰਾਈਆਂ ਛੁਪਾ ਕੇ ਚੰਗੇ ਬਣਦੇ ਹਾਂ। ਉਹ ਚੰਗਾ ਹੋਣ ਦੇ ਬਾਵਜੂਦ ਵੀ ਗੁਰੂ ਅੱਗੇ ਨੀਵਾਂ ਬਣਦਾ। ਇੱਕ ਗੱਲ ਸੋਚ ਲਓ, ਜਿਹੜਾ ਇੱਥੇ ਚੜ੍ਹ ਕੇ ਆ ਗਿਆ ਉਹਨੂੰ ਮਹਾਰਾਜ ਨੇ ਸੁੱਟ ਦੇਣਾ, ਤੇ ਜਿਹੜਾ ਇੱਥੇ ਨਿਵ ਕੇ ਆ ਗਿਆ ਉਹਨੂੰ ਮਹਾਰਾਜ ਨੇ ਉੱਚਾ ਚੁੱਕ ਦੇਣਾ ਹੈ। ਇਹ ਗੁਰੂ ਘਰ ਦੀ ਬਖਸ਼ਿਸ਼ ਹੈ। ਜੋ ਸ਼ਰਨ ਆਵੇ ਇਸ ਕੰਠ ਲਾਵੇ। ਕਿੰਨਾ ਪਿਆਰ ਸਾਧ ਸੰਗਤ ਦੋ ਰੂਹਾਂ ਦਾ। ਹੁਣ ਵੇਖੋ ਇੰਨਾ ਧਰਮੀ ਸੀ ਵੀ 8 ਪੈਰ ਧੰਨ ਗੁਰੂ ਨਾਨਕ।
ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਆਪਾਂ 5 ਮਿੰਟ ਕਹੀਏ, ਸਾਹ ਚੜ ਜਾਣਾ। ਉਹ 8 ਪੈਰ 24 ਘੰਟੇ ਹੀ ਜਪਦਾ ਰਹਿੰਦਾ ਸੀ। ਤੇ ਪਤਾ ਕੀ ਆਂਦਾ, ਇਹਨਾਂ ਮਹਾਰਾਜ ਮੇਰੇ ਵਰਗਾ ਵਕਾਰੀ ਕੋਈ ਨਹੀਂ ਇੱਥੇ, ਮੇਰੇ ਵਰਗਾ ਸਵੇਰੇ ਉੱਠ ਕੇ ਜਪਜੀ ਸਾਹਿਬ ਪੜ੍ਹ ਲਏ, ਸਾਰੇ ਟੱਬਰ ਨੂੰ ਪੈਰ ਨਹੀਂ ਲੱਗਣ ਦਿੰਦਾ ਹੈ। ਤੇ ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਂ ਸੇਵਾ ਕਰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਰਾਏ ਜੀ ਤੁਸੀਂ ਤਾਂ ਧਰਮੀ ਰਾਜੇ ਹੋ, ਤੇ ਜਿੰਨੇ ਤੁਸੀਂ ਆਪਣੇ ਆਪ ਤੇ ਆਰੋਪ ਲਾਏ ਨਾ, ਇਹ ਤੁਹਾਡਾ ਭਰਮ ਹੈ। ਜਨਮ ਮਰਨ ਦੁਖ ਤਨ ਕੇ ਮਾਹੀ, ਬਾਲਿਕ ਤਰਨ ਬਿਰਦ ਤੂੰ ਨਾਹੀ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਐ, ਜਿਹੜਾ ਜੰਮਣਾ ਤੇ ਮਰਨਾ ਹੈ, ਇਹ ਆਪਾਂ ਨੂੰ ਸਰੀਰ ਦੇ ਰਾਹੀਂ ਮਿਲਦਾ ਹੈ। ਅਸਲ ਵਿੱਚ ਬਾਪੂ ਰਾਏ ਬਲਾਰ, ਨਾ ਤੂੰ ਬੁੱਢਾ ਹੀ ਆ, ਨਾ ਤੂੰ ਜਵਾਨ ਹੀ ਆ, ਤੇ ਨਾ ਤੂੰ ਬੱਚਾ ਹੀ ਸੀ। 3 ਅਵਸਥਾ ਜਿਹੜੀਆਂ ਨਾ, ਬਾਲ ਜਵਾਨੀ ਅਰ ਬਿਰਦ ਫੁਨ, 3 ਅਵਸਥਾ ਜਾਨ। ਦਿਨ ਜੋ ਨਾਨਕ ਬਜੈ, ਰਾਖ ਲੇਹੁ ਭਗਵਾਨ। ਇਹਦੇ 3 ਅਵਸਥਾ ਜ਼ਿੰਦਗੀ ਦੀਆਂ, ਇਹ ਕੁਛ ਵੀ ਨਹੀਂ ਹਨ। ਹੁਣ ਬੜੀ ਪ੍ਰੇਮ ਦੀ ਕਥਾ ਜੀ, ਬੰਦੇ ਦੀ ਰੂਹ ਦੇ ਬਾਰੇ, ਵੀ ਆਪਾਂ ਜਾਣਾ ਕਿਧਰ ਨੂੰ। ਤੇ ਰਾਏ ਬਲਾਰ ਜੀ ਦਾ ਭਲਾ ਹੋਵੇ, ਲੱਖ ਲੱਖ ਜਿਨ੍ਹਾਂ ਨੇ ਕਥਾ ਸਾਡੇ ਲਈ ਤਿਆਰ ਕੀਤੀ। ਹੁਣ ਬਹੁਤੀ ਦੁਨੀਆ ਨੂੰ ਪਤਾ ਹੀ ਨਹੀਂ ਵੀ ਸਾਡੇ 'ਚ ਕੌਣ ਆ। ਉਹ ਕੰਮ ਹੀ ਕਰੀ ਜਾਂਦੇ, ਬਸ ਪੜ੍ਹ ਲਿਆ, ਨੌਕਰੀ ਮਿਲ ਗਈ, ਵਿਆਹ ਕਰਾ ਲਿਆ, ਬੱਚੇ ਹੋ ਗਏ, ਪੋਤਰੇ ਹੋ ਗਏ, ਉਹ ਚੱਕ ਚੱਕ ਕੇ ਸੌਂ ਜਾ, ਖੇਡ ਲਾ, ਚੁੱਪ ਕਰ ਜਾ, ਉਹ ਕਿੰਨੇ ਬਣ ਗਏ ਪੁੱਤ, ਕਿੰਨਾ ਘਾਟਾ, ਐਸੇ 'ਚ ਹੀ ਮਰ ਜਾਂਦੇ। ਇਹ ਬਹੁਤ ਵੱਡੀ ਉਚੇਰੀ ਕਥਾ ਹੈ ਮਹਾਰਾਜ ਦੀ। ਤੇ ਤੁਹਾਡੇ ਸਾਰਿਆਂ ਦੇ ਕਰਮ ਚੰਗੇ, ਜਿਹੜਾ ਤੁਸੀਂ ਮਹਾਰਾਜ ਦੀ ਗੋਦੀ 'ਚ ਬੈਠੇ। ਹੁਣ ਮਹਾਰਾਜ ਜੀ ਪਿਆਰ ਨਾਲ ਸਮਝਾਉਂਦੇ, ਕਿਉਂਕਿ ਗਾਹਕ ਬੈਠਾ ਲਾਗੇ, ਰੱਬ ਦੇ ਨਾਲ ਗੱਲਾਂ ਕਰਨੀਆਂ ਸੌਖੀਆਂ ਨਹੀਂ ਪਈਆਂ। ਰਾਏ ਬਲਾਰ ਕਹਿੰਦਾ, ਮਹਾਰਾਜ ਮੈਨੂੰ ਹੁਣ ਦੱਸੋ, ਇਹ ਬੰਨੇ ਲਾ ਦਿਓ, ਵੀ ਕੱਢ ਦਿਓ ਇਸ ਪਿੰਜਰੇ ਦੇ ਵਿੱਚੋਂ। ਮਹਾਰਾਜ ਕਹਿੰਦੇ, ਦਰਅਸਲ ਵਿੱਚ ਨਾ ਬੰਦਾ ਬੁੱਢਾ ਹੀ ਹੁੰਦਾ, ਤੇ ਨਾ ਬੱਚਾ, ਤੇ ਨਾ ਜਵਾਨ ਹੀ ਹੁੰਦਾ ਹੈ। ਖਾਕ ਬਾਦ ਆਤਸ਼ਹਿ ਆਬ ਨਭ, ਪੰਚ ਭੂਤ ਏ ਜੜ ਜਾਨੋ ਸਭ। ਮਹਾਰਾਜ ਕਹਿੰਦੇ, ਰਾਏ ਜੀ 5 ਤੱਤਾਂ ਦਾ ਪੁਤਲਾ ਹੈ ਬੰਦਾ। ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼। ਤੇ ਜਦੋਂ ਮਹਾਰਾਜ ਕਹਿੰਦੇ ਬੰਦੇ ਦੀ ਡੈਥ ਹੁੰਦੀ ਆ, ਪਾਣੀ ਪਾਣੀ 'ਚ ਰਲ ਜਾਂਦਾ, ਮਿੱਟੀ ਮਿੱਟੀ 'ਚ ਰਲ ਜਾਂਦੀ, ਹਵਾ ਹਵਾ 'ਚ ਰਲ ਜਾਂਦੀ, ਅੱਗ ਅੱਗ 'ਚ ਰਲ ਜਾਂਦੀ ਹੈ। ਤੇ ਬਸ ਇਹ ਤੱਤ ਜਿਹੜੇ ਇੱਥੇ ਹੀ ਬਣੇ ਆ, ਤੇ ਇੱਥੇ ਹੀ ਮਾਂ ਕੀ ਰਕਤ ਪਿਤਾ ਬਿਦ ਧਾਰਾ, ਸੂਰਤ ਮੂਰਤ ਕਰਿਆ ਪਾਰਾ। ਕਹਿੰਦੇ ਮਾਂ ਤੇ ਪਿਓ ਦੇ ਮੇਲ ਤੋਂ ਸਾਡਾ ਸਰੀਰ ਬਣਿਆ, ਉਹਦੇ ਵਿੱਚ ਪਰਮੇਸ਼ਰ ਦੀ ਬਖਸ਼ੀ ਹੋਈ ਆਤਮਾ ਆਈ ਆ। ਇਹ ਬੜੀ ਰੂਹਾਨੀ ਕਥਾ ਹੈ। ਮੇਰੇ ਸਤਿਗੁਰੂ ਨਾਨਕ ਜੀ ਰਾਏ ਨੂੰ ਕਹਿੰਦੇ, ਬਾਪੂ 5 ਤੱਤਾਂ ਦਾ ਸਰੀਰ ਇੱਥੇ ਮਿਲਿਆ, ਜਿਹਨੂੰ ਬਾਣੀ ਕਹਿੰਦੀ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ कैसे नचत है। माटी को पुत्रा कैसे नचत है, माटी को पुत्रा कैसे नचत है। दिख दिख सुने बोले दौड़ियो फिरत है, देख देख सुने बोले दौड़ियो फिरत है। देख देख सुने बोले दौड़ियो फिरत है, देख देख सुने बोले दौड़ियो फिरत है। माटी को पुत्रा कैसे नचत है, माटी को पुत्रा कैसे
पुत्रा कैसे नचत है। माटी को पुत्रा कैसे नचत है। जब कस पावे तब गर्व करत है। जब कस पावे तब गर्व करत है। जब कश पावे तब गर्व करत है। जब कश पावे तब गर्व करत है। माया गई तब रोवण लगत है। माया गई तब रोवण लगत है। माया गई तब रोवन लगत है। माया गई तब रोवन लगत है। माटी को पुत्रा कैसे नचत 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 है। मिट्टी दा पुतला मिट्टी तेरी जिंदगी बंदिया मिट्टी मौत दा गहना। ਇਹਦੇ ਨਾਲੋਂ ਮਿੱਟੀ ਹੋ ਜਾ। ਆਖਰ ਇੱਕ ਦਿਨ ਮਿੱਟੀ ਹੋ ਕੇ ਮਿੱਟੀ ਦੇ ਵਿੱਚ ਰਹਿਣਾ। ਵੇਖ ਮਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ। ਆ ਰਿਸ਼ਤਾ ਜਿਹਾ ਕਰੀਦਾ ਨਾ ਜਦੋਂ ਦੋ ਮਿੱਟੀਆਂ ਬੈਠੀਆਂ ਹੁੰਦੀਆਂ ਮੁੰਡਾ ਕੁੜੀ ਤੇ ਆਪਾਂ ਸਾਰੇ ਵਿਆਹ ਜੀ ਦੇ ਪਸੰਦ ਕਰ ਲਓ। ਉਹ ਫਕੀਰ ਕਹਿੰਦਾ ਵੇਖ ਮਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਪਸੰਦ ਆ ਗਏ। ਕਹਿੰਦੇ ਮਿੱਟੀ ਹੱਸੇ ਅੰਤ ਮਿੱਟੀ ਦਾ ਆ ਮਿੱਟੀ ਆ ਜਿੰਨਾ ਮਰਜੀ ਇਹਨੂੰ ਲਿੰਬ ਪੋਚ ਲਓ ਜਦੋਂ ਮੌਤ ਰੂਪੀ ਮੀਂਹ ਪਿਆ ਇਹਨੇ ਘਿਰ ਜਾਣਾ। ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਬਾਲੂ ਕੀ ਭੀਤ ਜੈਸੇ ਵਸਦਾ ਕੁਰਾਜ ਹੈ। ਤੁਮਾਰੇ ਸਾਹਿਬ ਜੀ ਕਹਿੰਦੇ ਰਾਏ ਬੁਲਾਰ ਇਹ ਪੰਜਾਂ ਤੱਤਾਂ ਦਾ ਸਰੀਰ ਹੈ ਤੇ ਇੱਥੇ ਬਣਿਆ ਇੱਥੇ ਖਤਮ ਹੋ ਜਾਵੇਗਾ। ਜਿਸ ਤਿਨ ਕੀ ਦੇਹ ਰਚੀ ਜੜ ਸੋ ਜਸ ਕਾਰਨ ਤਸ ਕਾਰਜ ਹੋ। ਔਰ ਕਹਿੰਦੇ ਇਸ ਦੀ ਜਿਹੜੀ ਜੜ ਹੈ ਉਹ ਜੈਸਾ ਕਾਰਨ ਕੋਈ ਕਰਦਾ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ। ਚੌਪਈ ਤੂ ਸਦੀਵ ਚੇਤਨ ਸੁਖ ਸੰਗਾ ਜਨਮ ਮਰਨ ਤੇ ਰਹਿਤ ਅਭੰਗਾ। ਸੱਚੇ ਪਾਤਸ਼ਾਹ ਕਹਿੰਦੇ ਰਾਏ ਬੁਲਾਰ ਜਿਹੜਾ ਤੇਰੇ ਵਿੱਚ ਬੋਲਦਾ ਨਾ ਉਹਦੀ ਕਦੇ ਮੌਤ ਨਹੀਂ ਹੁੰਦੀ। ਆਪਣੀ ਮੌਤ ਥੋੜਾ ਹੁੰਦੀ ਆ ਸਰੀਰ ਦੀ ਮੌਤ ਹੁੰਦੀ ਹੈ। ਮਹਾਂਪੁਰਖ ਬਾਬਾ ਅਤਰ ਸਿੰਘ ਦੇ ਬਚਨ ਸੀ ਜਦੋਂ ਕਥਾ ਹੋਈ ਤੇ ਕਿਸੇ ਮਾਈ ਨੇ ਆਖਿਆ ਬਾਬਾ ਜੀ ਇੰਨੀ ਕਥਾ ਸੁਣੀ ਇਹ ਤੇ ਦੱਸ ਦਿਓ ਬੰਦਾ ਕਿੱਥੋਂ ਆਇਆ ਤੇ ਕਿੱਥੇ ਚਲੇ ਗਿਆ। ਤੇ ਬਾਬਾ ਜੀ ਹੱਸ ਕੇ ਕਹਿੰਦੇ ਤੈਂ ਕੀ ਲੈਣਾ ਪੁੱਛ ਕੇ। ਕਹਿੰਦੇ ਨਹੀਂ ਦੱਸ ਦਿਓ। ਮਹਾਂਪੁਰਖ ਕਹਿੰਦੇ ਲੋਕੀ ਕਹਿੰਦੇ ਮਰ ਗਿਆ ਅਸੀਂ ਕਿਹਾ ਇੱਕ ਗੱਡੀ 'ਚ ਉਤਰਿਆ ਆਪਣੀ ਮੌਤ ਨਹੀਂ ਹੋਣੀ। ਇਹ ਜਿਹੜੀ ਰੂਹ ਹੈ ਇਹ ਨਿਕਲ ਜਾਣੀ ਹੈ ਤੇ ਜੇ ਤੇ ਕੋਈ ਨੇਕ ਕੰਮ ਹੋਏ ਤੇ ਪਤਾ ਨਹੀਂ ਬਾਦਸ਼ਾਹ ਦੇ ਬੱਚੇ 'ਚ ਜਾ ਪੈਣੀ ਆ। ਸ਼ਾਹੀ ਘਰਾਣੇ ਮਿਲ ਜਾਣੇ ਪਤਾ ਨਹੀਂ ਔਰ ਇਹ ਗਟਰ ਦੇ ਕੰਢੇ ਤੇ ਕੁੱਲੀ ਝੁੱਗੀ ਵਾਲਾ ਉਹਦੇ ਘਰ ਆ ਜਾਣਾ। ਕਰਮੀ ਆਪੋ ਆਪਣੀ ਤੁਸੀਂ ਚੌਂਕੜੇ ਮਾਰ ਕੇ ਬੈਠੇ ਵਿਹਲੇ ਥੋੜਾ ਤੁਹਾਡੇ ਭਾਗ ਜਾ ਕੇ ਵਿਹਲਾ ਕੋਈ ਨਹੀਂ ਆ। ਪਰ ਮਹਾਂਪੁਰਖ ਕਹਿੰਦੇ ਗੁਰੂ ਦੇ ਘਰ ਇੱਕ ਇੱਕ ਮਿੰਟ ਜਿਹੜਾ ਨਾਮ ਜਪਿਆ ਲੱਖਾਂ ਲੱਖਾਂ ਫਲ ਪ੍ਰਾਪਤ ਹੁੰਦਾ ਹੈ। ਸੋ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਤੂੰ ਨਹੀਂ ਮਰਦਾ ਤੇਰਾ ਸਰੀਰ ਮਰੇਗਾ। ਭਾਵ ਤੇਰੇ ਵਿੱਚ ਜਿਹੜਾ ਬੋਲਦਾ ਹੈ ਨਾਮ ਰੂਪ ਪੁਨ ਬਰਨ ਬਹੀਨਾ
ਸਦਾ ਏਕ ਰਸ ਦੁਖ ਸਭ ਹੀਨਾ। ਕਹਿੰਦੇ ਜਿਹੜੇ ਨਾਮ ਜਪਦੇ ਇੱਕ ਰਸ ਰਹਿੰਦੇ ਹਨ। ਭਾਵ ਜਿਹੜਾ ਬੰਦਾ ਮਰ ਜਾਂਦਾ ਉਹਦੀ ਕੋਈ ਜਾਤ ਥੋੜਾ ਰਹਿ ਜਾਂਦੀ। ਜਾਤ ਸਰੀਰ ਦੇ ਨਾਲ ਸੀ, ਸਰੀਰ ਸੜ ਗਿਆ ਤੇ ਜਾਤ ਅਗਲੇ ਪਾਸੇ ਰੂਹ ਦੀ ਤੇ ਕੋਈ ਜਾਤ ਨਹੀਂ, ਉਹ ਤੇ ਇੱਕੋ ਹੀ ਆ, ਮਾਨਸ ਕੀ ਜਾਤ ਸਭ ਹੈ। ਬਾਣੀ ਵੀ ਕਹਿੰਦੀ ਹੈ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਸੈਨੇ ਤੇਰੀ ਜਾਤ ਉੱਥੇ ਥੋੜਾ ਪੁੱਛਣਾ ਵੀ ਸ਼ੀਂਬਾ ਨਾਈ ਮਜਬੀ ਜੱਟ ਕਮੋ ਕੌਣ ਹੈ, ਉੱਥੇ ਤੇ ਤੇਰੇ ਕਰਮ ਵੇਖਣੇ ਹੈ ਕਿ ਕਰਤੂਤ ਕੀ ਕੀਤੀ ਤੂੰ ਸਾਰੀ ਜ਼ਿੰਦਗੀ 'ਚ, ਕੀ ਖੱਟਿਆ। ਬਾਣੀ ਕਹਿੰਦੀ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਚੱਲ ਕਹਿੰਦੇ ਹਾਜ਼ਰੋ ਕਟਹਿਰੇ ਦੇ ਵਿੱਚ ਤੇਰਾ ਹਿਸਾਬ ਕਿਤਾਬ ਹੋਵੇਗਾ। ਸੋ ਤਜ ਕਰ ਜਬ ਜਾਵਤ ਦੇਹੀ, ਘਰ ਤੇ ਕਾਢਹਿ ਵਹਿਰ ਸਨੇਹੀ। ਮਾਰੇ ਕਹਿੰਦੇ ਬਾਪੂ ਜਿਸ ਵਕਤ ਤੂੰ ਸਰੀਰ ਛੱਡੇਗਾ, ਆ ਜਿਹੜੀ ਦੇਹੀ ਨੂੰ ਤੂੰ ਕਹਿੰਦਾ ਨਾ ਮੈਨੂੰ ਹਉਮੈ ਹੈ ਇਸ ਸਰੀਰ ਤੇ, ਮੈਂ ਸੁਰੱਖਾ ਬਹੁਤ ਹੈ। ਆਪਾਂ ਸਾਰਿਆਂ ਨੂੰ ਹਉਮੈ ਹੀ ਆ ਸਰੀਰ ਤੇ, ਕਿਤੇ ਮੱਖੀ ਨਹੀਂ ਬਹਿਣ ਦੇਈਦੀ ਇੱਥੇ, ਐ ਨੌ ਨੂੰ ਕੱਟ ਕੇ ਰੱਖੀ ਦੇ ਵਧੀਆ ਟਿਚਨ ਵਿੱਚ ਲੋ ਕੇ, ਦੇਹੀ ਨੂੰ ਵੀ ਪਿਆਰ ਕਰਦੇ ਆਪਾਂ। ਤੇ ਭਾਈ ਰਾਏ ਬੁਲਾਰ ਨੂੰ ਗੁਰੂ ਸਾਹਿਬ ਕਹਿੰਦੇ ਜਦੋਂ ਤੇਰੀ ਰੂਹ ਇਸ ਦੇਹੀ ਚੋਂ ਨਿਕਲੇਗੀ ਤੇ ਜਿਨ੍ਹਾਂ ਨੂੰ ਤੂੰ ਹਉਮੈ 'ਚ ਕਹਿੰਦਾ ਨਾ ਮੇਰੇ ਪੁੱਤ ਮੇਰੇ ਪੋਤਰੇ ਮੇਰੀ ਘਰ ਵਾਲੀ ਮੇਰੇ ਬੱਚੇ, ਘਰ ਤੇ ਕੱਢੈ ਵੈਰ ਸਨੇਹੀ, ਰੂਹ ਨਿਕਲਦੀ ਦੇਰ ਹੈ ਤੈਨੂੰ ਉਸੇ ਵੇਲੇ ਘਰ ਤੋਂ ਬਾਹਰ ਕੱਢ ਦੇਣਗੇ। ਜਿਸ ਬਹੀਨ ਤਨ ਮਿੱਤਰ ਅਪਵਿੱਤਰਾ, ਸੋ ਤੂੰ ਲਕੀਐ ਪ੍ਰਿਤਕ ਪਵਿੱਤਰਾ। ਕਹਿੰਦੇ ਜਿਹੜੇ ਹੱਥਾਂ ਨੂੰ ਚੁੰਮਦੇ ਤੇਰਿਆਂ ਨੂੰ, ਜਿਹੜੇ ਤੈਨੂੰ ਘੁੱਟ-ਘੁੱਟ ਕੇ ਗਲ ਵਕੜੀਆਂ ਪਾਉਂਦੇ, ਮੱਥਾ ਚੁੰਮਦੇ, ਤੇਰੇ ਪੈਰੀਂ ਹੱਥ ਲਾਉਂਦੇ, ਤੇਰੇ ਥੋੜਾ ਲਾਉਂਦੇ, ਜਿਹੜਾ ਤੇਰੇ 'ਚ ਬੋਲਦਾ ਉਹਦੇ ਲਾਉਂਦੇ। ਬਾਬਾ ਬੁੱਲੇ ਸ਼ਾਹ ਕਹਿੰਦੇ ਬੋਲਦੇ ਦੀ ਤੈਨੂੰ ਸਾਰ ਨਹੀਂ, ਤੇ ਜਿਹੜਾ ਰੋਜ਼ ਤੇਰੇ ਨਾਲ ਬੋਲਦਾ ਏ, ਭੁੱਲਾ ਆਪ ਫਿਰੇ ਲੱਭੇ ਵਾਰਸਾਂ ਨੂੰ, ਤੇ ਵਾਂਗ ਮੁਰਗੀਆਂ ਕੂੜਾ ਫਰੋਲਦਾ ਏ। ਭਲਾ ਵੇਖ ਖਾਂ ਵਿੱਚ ਹੈ ਕੌਣ ਤੇਰੇ, ਕਿਤੇ ਉਹ ਤੇ ਨਹੀਂ ਜਿਹੜਾ ਬੋਲਦਾ ਏ। ਭੁੱਲਾ ਆਪ ਫਿਰੇ ਲੱਭੇ ਵਾਰਸਾਂ ਨੂੰ, ਵਾਂਗ ਮੁਰਗੀਆਂ ਕੂੜਾ। ਉਹ ਭੁੱਲਿਆ ਸ਼ੋ ਤੇਥੋਂ ਵੱਖ ਨਹੀਂ, ਆਪੇ ਆਵਾਜ਼ ਮਾਰੇ ਆਪੇ ਬੋਲਦਾ ਏ। ਮਹਾਰਾਜ ਕਹਿੰਦੇ ਜਿਹੜਾ ਤੇਰੇ 'ਚ ਬੋਲਣ ਦਿਆ ਇਹੋ ਹੀ ਅਸਲ ਸਰੂਪ ਆ। ਰੱਬ ਕਿੱਥੇ ਹੈ? ਉੱਤੇ ਰੱਬ ਹੈ ਤੇ ਥੱਲੇ ਕੌਣ? ਰੱਬ। ਅੰਦਰ ਰੱਬ ਹੈ ਤੇ ਬਾਹਰ ਕੌਣ? ਰੱਬ ਹੈ। ਜਰੇ ਜਰੇ 'ਚ ਰੱਬ ਹੈ ਤੇ ਤੇਰੇ 'ਚ ਕੌਣ ਹੈ? ਤਾਈਓ ਮਾਰੇ ਕਹਿੰਦੇ ਬੰਦੇ ਖੋਜ ਦਿਲ ਹਰਿ। ਜਿੰਨੀ ਸੰਥਿਆ ਜਿੰਨੀ ਕਥਾ ਜਿੰਨਾ ਕੀਰਤਨ ਬਸ ਤੈਨੂੰ ਤੇਰੇ ਵੱਲ ਨੂੰ ਇਸ਼ਾਰਾ ਕਰਦਾ ਵੀ ਆਪਣੇ ਆਪ ਨੂੰ ਪਛਾਣ, ਆਪਣੇ ਆਪ ਨੂੰ ਸਿਆਣਾ ਬਣਾ ਲਾ। ਅੱਖਾਂ ਸੰਭਾਲ ਲਾ, ਕੰਨ ਸੰਭਾਲ ਲਾ, ਨੱਕ ਸੰਭਾਲ ਲਾ, ਹੱਥ ਸੰਭਾਲ ਲਾ। ਜਿੱਦਣ ਸਾਰਿਆਂ ਤੇ PhD ਕਰ ਗਿਆ ਸਮਝ ਲਾ ਤੈਨੂੰ ਦਰਸ਼ਨ ਹੋ ਜਾਣਗੇ। ਮਾਰੇ ਬਾਜਾਂ ਵਾਲੇ ਨੇ ਸਿੱਧਾ ਕਹਿਤਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਨਾਹੀ ਸਿੱਖ ਪਿਆਰਾ ਨਾਹੀ ਮਮ ਰਹਿਤ ਪਿਆਰੀ। ਬਾਜਾਂ ਵਾਲੇ ਨੇ ਆਖਿਆ ਪੰਜਾਂ ਕਕਾਰਾਂ ਤੇ ਪੰਜਾਂ ਬਾਣੀਆਂ ਦਾ ਧਾਰਨੀ ਹੋ ਜੀ, ਰਹਿਤ ਪੂਰੀ ਰੱਖੀ। ਜਦੋਂ ਪੂਰਾ ਰਹਿਤ ਵਿੱਚ ਹੋ ਜਾਏਗਾ ਸੀਸੇ ਸਾਹਮਣੇ ਖੜੋ ਜੀ, ਤੇਰੇ ਚੋਂ ਮੈਂ ਨਜ਼ਰ ਆਊਂਗਾ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਬਾਟਾ ਮਾਂਜਿਆ ਸਰਬਲੋਹ ਦਾ, ਤੇ ਬਾਟੇ ਦੇ ਵਿੱਚੋਂ ਚਿਹਰਾ ਦਿਸੇ ਤੇ ਦਮਾਲਾ ਸਜਾਉਂਦਾ। ਸਤਿਗੁਰੂ ਪਿਛਲੇ ਪਾਸੇ ਆ ਗਏ, ਮਹਾਰਾਜ ਸਾਹਿਬ ਜੀ ਤੋਂ ਪਿੱਛੇ ਖੜੇ ਹੋਏ ਤੇ ਬਾਟੇ ਦੇ ਵਿੱਚ ਇੱਕ ਚਿਹਰਾ ਹੋਰ ਦਿਸਿਆ। ਤੇ ਬਾਬਾ ਦੀਪ ਸਿੰਘ ਸਾਹਿਬ ਨੇ ਜਦੋਂ ਪਿੱਛਾ ਭੌਂ ਕੇ ਵੇਖਿਆ ਤੇ ਪਿੱਛੇ ਬਾਜਾਂ ਵਾਲੇ ਖੜੋਤੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਬੰਨੇ ਹੱਥ ਰੱਖ ਕੇ ਮੋਢੇ ਕੋਲ ਖੜੋਤੇ ਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਤੁਸੀਂ? ਮਾਰੇ ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗਾ? ਕਹਿੰਦੇ ਮਾਰੇ ਬਾਟੇ 'ਚ ਤੁਹਾਡੇ ਦਰਸ਼ਨ ਹੋ ਗਏ। ਮਹਾਰਾਜ ਕਹਿੰਦੇ ਬਾਟੇ 'ਚ ਦਰਸ਼ਨ ਕਿੱਦਾਂ ਹੋਏ? ਕਹਿੰਦੇ ਮਾਂਜਿਆ ਰੀਝ ਨਾ ਏ। ਤੇ ਬਾਜਾਂ ਵਾਲੇ ਸਤਿਗੁਰੂ ਨੇ ਆਖਿਆ ਦੀਪ ਸਿੰਘਾ ਜਦੋਂ ਮੇਰਾ ਸਿੱਖ ਆਪਣਾ ਅੰਦਰ ਬਾਟੇ ਵਾਂਗੂ ਮਾਂਜ ਲੂੰਗਾ ਉਹਨੂੰ ਵੀ ਮੇਰੇ ਅੰਦਰੋਂ ਦਰਸ਼ਨ ਹੋਇਆ ਕਰ।
ਆਪਾਂ ਵੀ ਅੰਦਰ ਮਾਂਜੀਏ, ਕਿਤੇ ਇਕੱਲੇ ਚਕਾਰੇ ਨਾ ਛੱਡੀ ਜਾਇਓ। ਹੈ ਇਹਨੂੰ ਮਾਂਜਣਾ ਸ਼ੁਰੂ ਕਰੋ। ਇਹਦੇ ਵਿੱਚ ਜਿਹੜੀਆਂ ਭੈੜੀਆਂ ਚੀਜ਼ਾਂ ਪਾਉਣੇ ਬੰਦ ਕਰ ਦਿਓ। ਜੇ ਕੋਈ ਜਰਦਾ ਬੀੜੀ ਲਾਉਂਦਾ ਉਹ ਵੀ ਬੰਦ ਕਰੋ। ਜੇ ਕੋਈ ਦੂਜਾ ਪ੍ਰੋਗਰਾਮ ਜਿਹਨੂੰ ਕਹਿੰਦੇ 13ਵਾਂ ਕਿ 14ਵਾਂ ਰਤਨ ਹੈ, ਨਾਮ ਬੜਾ ਟਿਕਾ ਕੇ ਲੈਣਗੇ। ਬਾਬਾ ਜੀ 14ਵਾਂ ਰਤਨ ਪੀਦਾ ਹੈ। ਮਹਾਰਾਜ ਕਹਿੰਦੇ ਅੰਦਰ ਨੂੰ ਨਾ ਗਾਲ, ਇਹਨੂੰ ਬਾਟੇ ਵਾਂਗੂ ਮਾਂਜਦੇ ਤੇ ਇਹਦੇ ਵਿੱਚ ਬਾਣੀ ਪਾ, ਸੇਵਾ ਪਾ, ਤੇ ਫਿਰ ਸਤਿਗੁਰੂ ਦੇ ਦਰਸ਼ਨ ਹੋਣੇ ਹੈ। ਜਿੱਦਾਂ ਗਿਆਨੀ ਮਾਨ ਸਿੰਘ ਝੌਰ ਨੂੰ ਕਿਸੇ ਨੇ ਆਖਿਆ, ਕਹਿੰਦੇ ਬਾਪੂ ਇਹ ਸ਼ਰਾਬ ਪੀਣੀ ਨਹੀਂ ਤੇ ਨਹਾਉਣ ਨੂੰ ਬਣਾਈ ਆ। ਇਹ ਇਹਦੇ ਵਿੱਚ ਗੁੜ ਹੀ ਹੁੰਦਾ ਵਾ, ਲਾਚੀਆਂ ਲੌਂਗ ਪਾਈ ਦੇ, ਗੁੜ ਵੀ ਤਾਂ ਲੋਕੀ ਖਾਂਦੇ ਹੀ ਹੈ। ਤੇ ਮਹਾਂਪੁਰਖਾਂ ਨੇ ਉਦਾਹਰਨ ਐਸੀ ਦਿੱਤੀ ਮੈਂ ਦੱਸ ਨਹੀਂ ਸਕਦਾ ਇੱਥੇ, ਚੱਲ ਦੱਸ ਹੀ ਦਿੰਦੇ ਐ, ਮੂੰਹ ਪਾਟਾ ਹੀ ਹੈ। ਉਹ ਕਹਿੰਦੇ ਐ ਵੀ ਇਹ 'ਚ ਕੀ ਹੋਇਆ ਬਾਪੂ? ਕਹਿੰਦੇ ਇਹ 'ਚ ਉਹ ਗੁੱਸਾ ਨਾ ਕਰ ਲਿਓ ਕੋਈ। ਕਹਿੰਦੇ ਤੂੰ ਤੇ ਕਰਨਾ ਵੀ ਨਹੀਂ ਹੈ ਨਾ, ਮੈਨੂੰ ਪਤਾ। ਸਭ ਤੋਂ ਵੱਧ ਇਹਨੇ ਪੀਤੀ ਜੇ, ਆਪ ਦੱਸਦਾ ਰਿਹਾ। ਵੇਖੋ ਸੱਚਾਈ ਹੈ। ਰਾਏ ਬਲਾਰ ਨੇ ਵੀ ਦੱਸਿਆ ਨਾ, ਅੱਜ ਕਥਾ ਹੀ ਇਹ ਚੱਲਣ ਦੀ ਵੀ ਆਪਣੇ ਗੁਨਾਹ ਕਬੂਲ ਕਰੋ। ਆਪ ਦੱਸਦੇ ਮੈਂ ਤੇ ਬੱਚਾ ਇਹਨਾਂ ਦਾ। ਕਹਿੰਦੇ ਵੀ ਇੱਦਾਂ ਦਾ ਵਕਤ ਸੀ, ਡਰਾਈਵਰੀ ਲਾਈਨ ਸੀ ਮੇਰੀ, ਤੇ 5 ਲੀਟਰ ਦੀ ਕੈਨੀ ਇਸ ਤਰ੍ਹਾਂ ਮੂੰਹ ਨੂੰ ਲਾਉਣੀ। 5 ਲੀਟਰ ਇਹ ਹਿਸਾਬ ਲਾਓ। ਤੇ ਜਦੋਂ ਰੱਬ ਨੇ ਰੰਗ ਚਾੜਨਾ ਹੋਵੇ ਤੇ ਫਿਰ ਇੱਦਾਂ ਦਾ ਚਾੜਿਆ। ਮੈਂ ਹੰਕਾਰ ਵਿੱਚ ਨਹੀਂ ਕਹਿੰਦਾ, ਪੂਰੇ 25 ਪਿੰਡਾਂ ਦੇ ਵਿੱਚ ਮਾਰੇ ਮੈਨੂੰ ਮਾਫ ਕਰੇ, ਜਿੰਨੀ ਕਿਰਪਾ ਇਸ ਬਜ਼ੁਰਗ ਤੇ ਉਨੀ ਕਿਸੇ ਤੇ ਨਹੀਂ ਹੋਣੀ। ਸਹੀ ਗੱਲ। ਇਹ ਵਡਿਆਈ ਨਹੀਂ ਮੈਂ ਕਹਿੰਦਾ। ਮੈਨੂੰ 9 ਸਾਲ ਹੋ ਗਏ ਇੱਥੇ, ਕਿਤੇ ਭਾਵੇਂ ਮਾਰੇ ਕਿਰਪਾ ਕਰੇ ਢਿੱਲ ਮੱਠ ਹੋ ਜੇ, ਨਹੀਂ ਤੇ ਮੈਂ ਕਦੇ ਇਹਨਾਂ ਦਾ ਨਾਗਾ ਨਹੀਂ ਵੇਖਿਆ। ਦੋਵੇਂ ਟਾਈਮ ਕਿਤੇ ਵਿਆਹ ਤੇ ਗਏ ਹੁਣ, ਸ਼ਾਦੀ ਤੇ ਗਏ ਹੁਣ, ਜਾ ਕੇ ਸ਼ਗਨ ਦੇ ਕੇ ਕਹਿਣਾ ਹਾਏ, ਇੱਕੋ ਸ਼ਬਦ ਇਹਨਾਂ ਦਾ ਹੁੰਦਾ, ਹਾਏ ਮਰ ਗਿਆ। ਇੱਕ ਦੋਰੀ ਮੈਂ ਵੀ ਲੈ ਗਿਆ, ਮੈਂ ਕਿਹਾ ਬਹਿ ਜਾ, ਮੈਂ ਮਰ ਜਾਣਾ। ਮੈਂ ਕਿਹਾ ਤਾਂ ਸਾਰਿਆਂ ਨੇ ਮਰ ਜਾਣਾ। ਨਹੀਂ ਨਹੀਂ, ਮੇਰਾ ਬੌਲੀ ਸਾਹਿਬ ਦਾ ਟਾਈਮ ਹੋ ਜਾਣਾ, ਮੈਂ 4 ਵਜੇ ਅੰਦਰ ਪਹੁੰਚਣਾ, ਤੇ ਸਵੇਰੇ 2:30-3 ਵਜੇ ਮੀਂਹ ਹਨੇਰੀ ਹੋਵੇ, ਸਭ ਤੋਂ ਪਹਿਲਾਂ ਬੂਹਾ ਇਹਨਾਂ ਖੋਲ੍ਹਣਾ। ਮੈਂ ਮਾਫੀ ਚਾਹੁੰਦਾ, ਕਿਸੇ ਦਾ ਗਰੀਬ ਦਾ ਪੜਦਾ ਹੁੰਦਾ, ਪਰ ਇਹ ਰੱਬ ਦੇ ਰੰਗ ਨੇ। ਹੁਣ ਕਈ ਕਹਿਣਗੇ ਬਾਬਾ ਸਾਡੀ ਬੇਇੱਜ਼ਤੀ ਕਰਤੀ। ਉਹ ਇੱਥੇ ਜੀਰੀ ਹੋ ਗਈ, ਅਗਲੇ ਬੰਨੇ ਬਾਜੋਗੇ। ਇੱਥੇ ਲੋਕਾਂ ਸਾਹਮਣੇ ਚੰਗੇ ਬਣਦੇ ਰਹੇ ਤੇ ਅਗਲੇ ਬੰਨੇ ਮਾਂਜੇ ਜਾਵਾਂਗੇ। ਇੱਥੇ ਉੱਠ ਕੇ ਕਿਹਾ ਕਰੋ ਮੈਂ ਪਾਪੀ, ਮੈਂ ਚੋਰ, ਮੈਂ ਜਿੰਨੇ ਮਾੜੇ ਕਰਮ ਕੀਤੇ ਸੰਗਤੇ ਉਹਨੇ ਕਿਸੇ ਨੇ ਕੀਤੇ, ਲੈ ਬਾਜੋਗੇ। ਡਾਕਟਰ ਨੂੰ ਸੱਚ ਦੱਸੋ ਨਾ ਵੀ ਵੱਖੀ ਇੱਧਰਲੀ 'ਚ ਪੀੜ ਕੇ ਇੱਧਰਲੀ, ਉਹਨੂੰ ਦੱਸੋ ਕੀ ਪ੍ਰੋਬਲਮ ਆ। ਤੇ ਜਿਹੜੇ ਫਿਰ ਡਾਕਟਰ ਨੂੰ ਸੱਚ ਨਹੀਂ ਦੱਸਦੇ ਨਾ, ਉਹਨਾਂ ਦਾ ਕਦੇ ਇਲਾਜ ਨਹੀਂ ਹੋਊਗਾ। ਮੇਰਾ ਵੈਦ ਗੁਰੂ ਗੋਬਿੰਦਾ, ਇਹ ਮੇਰਾ ਬਾਪੂ ਪਿਓ ਹੈ, ਇਹਨੂੰ ਸੱਚਾਈ ਦੱਸ ਦਿਓ। ਕੋਈ ਨਹੀਂ, ਆਪੇ ਕਿਰਪਾ ਹੋ ਜਾਣੀ ਹੈ। ਜੀ ਇਹਨਾਂ ਤੇ ਹੋ ਗਈ ਹੈ। ਜਿਹੜਾ ਬੰਦਾ ਸਵੇਰ ਤੋਂ ਸ਼ਾਮਾਂ ਤੱਕ 5 ਮਿੰਟ ਨਹੀਂ ਸੀ ਜੀ ਸਕਦਾ ਇਸ ਚੀਜ਼ ਬਿਨਾ, ਅੱਜ ਹੱਥ ਲਾ ਕੇ ਨਹੀਂ ਵੇਖਿਆ, ਕਿਰਪਾ ਹੋ ਗਈ। ਇਹ ਆਪਣੇ ਮੂੰਹ ਇਹਨਾਂ ਦੱਸਿਆ, ਮੈਨੂੰ ਨਹੀਂ ਸੀ ਪਤਾ। ਕਈ ਵਾਰੀ ਆਪਾਂ ਕਹਿੰਦਾ ਜੀ ਬਾਬਾ ਜੀ ਤੁਸੀਂ ਕਿਸੇ ਨੂੰ ਤੇ ਬਖਸ਼ ਦਿਆ ਕਰੋ, ਪਰ ਸੱਚ ਜਾਣਿਓ ਇੱਥੇ ਸਾਰੇ ਬਖਸ਼ੇ ਜਾਣੇ, ਇੱਥੇ ਨਹੀਂ ਲੁਕਾਉਣਾ ਕੁਝ। ਤੋ ਰਾਏ ਬਲਾਰ ਨੇ ਕੁਝ ਨਹੀਂ ਲੁਕਾਇਆ, ਸੱਚ ਦੱਸਤਾ। ਤੇ ਮੇਰੇ ਹਜ਼ੂਰ ਪਾਤਸ਼ਾਹ ਫਿਰ ਅੱਗੋਂ ਸੱਚ ਹੀ ਦੱਸਣ ਦਾ। ਕਹਿੰਦੇ ਬਾਪੂ ਤੂੰ ਜਿਸ ਸਰੀਰ ਦੀ ਹਉਮੈ ਕਰਦਾ ਨਾ, ਆ ਤੇਰੇ ਪੁੱਤ ਪੋਤਰੇ ਤੇਰਾ ਪਰਿਵਾਰ ਤੇਰੇ ਪੈਰੀਂ ਹੱਥ ਲਾਉਂਦਾ, ਤੈਨੂੰ ਰਾਜਾ ਕਹਿੰਦੇ ਤੇਰੀ ਜੇਬ ਵੇਖ ਕੇ। ਮਹਾਰਾਜ ਕਹਿੰਦੇ ਜਿੱਦਣ ਤੇਰੀ ਮ੍ਰਿਤੂ ਹੋਈ, ਇਸ ਸਰੀਰ ਤੋਂ ਡਰ ਲੱਗੇਗਾ, ਡਰ। ਜਿਹੜੇ ਮੱਥੇ ਨੂੰ ਚੁੰਮਦੇ ਆ ਨਾ, ਛੇਤੀ ਛੇਤੀ ਖਫਣ ਦੇ ਕੇ ਢੱਕਣਗੇ ਵੀ ਕਿਤੇ ਉੱਠ ਨਾ ਪਵੇ। ਸੱਚਾਈ ਹੈ। ਉਹੀ ਛਾਤੀ ਹੁੰਦੀ ਜਿੱਥੇ ਸਾਈਂ ਦਾ ਮੁੜ ਕੇ ਹੱਥ ਡਰਦਿਆਂ ਲਾਈਦਾ। ਹੁਣ ਮੜੀਆਂ ਤੋਂ ਲੋਕੀ ਕਿਉਂ ਡਰਦੇ ਆ? ਕਹਿੰਦੇ ਉੱਥੇ ਭੂਤ, ਭੂਤ ਥੋੜ੍ਹਾ, ਉੱਥੇ ਸਾਡੇ ਆ ਸਾਰੇ। ਭੂਆ ਉੱਥੇ ਆ, ਫੁੱਫੜ ਉੱਥੇ ਆ, ਚਾਚਾ ਉੱਥੇ ਆ, ਦਾਦਾ ਉੱਥੇ ਆ, ਨਾਨਾ ਉੱਥੇ ਆ। ਉੱਥੇ ਭੂਤ ਕਿੱਥੋਂ ਆ ਗਏ? ਤੇ ਆਪਣੇ ਸੀ। ਪਰ ਗੁਰਬਾਣੀ 'ਚ ਮਹਾਰਾਜ ਕਹਿੰਦੇ ਜਿਸ ਬਹੀਨ ਤਨ ਮਿੱਤਰ ਪਵਿੱਤਰਾ, ਸੋ ਤੂੰ ਲਖੈ ਪ੍ਰਥਮ ਪਵਿੱਤਰਾ। ਕਹਿੰਦੇ ਰਾਏ ਬਲਾਰ ਜਿੰਨਾ ਚਿਰ ਇਸ ਦੇਹੀ 'ਚ ਕੋਈ ਬੋਲਦਾ ਨਾ, ਉਹਨਾਂ ਚਿਰ ਹੀ ਸੋਹਣੀ ਲੱਗਦੀ ਆ, ਉਹਨਾਂ ਚਿਰ ਹੀ ਇਹਨੂੰ ਪਿਆਰ ਮਿਲਦਾ। ਜਦੋਂ ਬੋਲਣ ਵਾਲਾ ਨਿਕਲ ਗਿਆ ਤੇ ਇਸ ਦੇਹੀ ਤੋਂ ਡਰ ਲੱਗੇਗਾ। ਪਿਛਲੇ ਦਿਨੀ ਖਬਰ ਆਈ ਸੀ, ਮੈਂ ਜ਼ਿਕਰ ਕੀਤਾ ਨਵੇਂ ਸ਼ਹਿਰ ਵੱਲ ਦੀ, ਕਿ ਉਹਨਾਂ ਦੇ ਬੱਚੇ ਬਾਹਰ ਸੀ ਤੇ ਬਜ਼ੁਰਗ ਇਕੱਲਾ ਘਰੇ ਸੀ ਤੇ ਉਹਦੀ ਮੌਤ ਹੋ ਗਈ ਅੰਦਰ। ਕਿਸੇ ਨੇ ਵੇਖਿਆ ਨਹੀਂ, ਬੈੱਡ ਦੇ ਉੱਤੇ ਸਰੀਰ ਫੁੱਲ ਗਿਆ, ਪਾਕ ਪੈ ਗਈ ਤੇ ਪਾਕ ਦੇ ਵਿੱਚੋਂ ਕੀੜੇ ਪੈਦਾ ਹੋ ਗਏ। ਤੇ ਬੈੱਡ ਦੇ ਉੱਤੇ ਜਦੋਂ ਸਮੈਲ ਲਾਗੇ ਆਈ, ਲੋਕਾਂ ਬੂਹਾ ਭੰਨਿਆ। ਫਿਰ ਉਹਨਾਂ ਦਾ ਕਨੈਕਟ ਨੰਬਰ ਲੈ ਕੇ ਬਾਹਰ ਫੋਨ ਕੀਤਾ ਵੀ ਤੁਹਾਡੇ ਬਜ਼ੁਰਗ ਦਾ ਆਹ ਹਾਲਤ ਹੈ।
ਉਹਨਾਂ ਨੇ ਉੱਥੋਂ ਪੈਸੇ ਪਾਤੇ 1.5-2 ਲੱਖ। ਉਹ ਜਿਹੜੇ ਬੰਦਿਆਂ ਨੇ ਉਹਨੂੰ ਕੱਢਣਾ ਸੀ ਉਹਨਾਂ ਨੇ ਮੂੰਹ ਬੱਧਾ ਤੇ ਇੰਨਾ ਬੁਰਾ ਹਾਲ ਵੀ ਅੰਦਰ ਨਹੀਂ ਸੀ ਵੜਿਆ ਜਾਂਦਾ। ਤੇ ਮਹਾਰਾਜ ਰਾਏ ਬੁਲਾਰ ਨੂੰ ਕਹਿੰਦੇ ਬਾਪੂ ਬੰਦਗੀ ਕਰ ਲਈ ਤੂੰ, ਸੇਵਾ ਕਰ ਲਈ, ਚੰਗਾ ਰਹਿ ਗਿਆ। ਜਿਹੜੇ ਇਸ ਸਰੀਰ ਨੂੰ ਸ਼ਿੰਗਾਰੀ ਜਾਂਦੇ ਦਿਨੇ ਰਾਤ, ਇਹਦੇ ਤੇ ਲੱਗੇ ਹੋਏ ਕੋਈ ਸੇਵਾ ਨਹੀਂ ਕਰਦੇ, ਲੋਹ ਤੇ ਨਹੀਂ ਬਹਿੰਦੇ ਜੀ, ਗਰਮੀ ਲੱਗਦੀ ਆ ਹੈ। ਕਦੇ ਚੌਰ ਸਾਹਿਬ, ਕਦੇ ਜਲ ਦੀ ਸੇਵਾ, ਸਰੀਰ ਨੂੰ ਹੀ ਐ ਪੋਚ ਕੇ ਰੱਖਦੇ, ਕਿਤੇ ਮੱਖੀ ਨਹੀਂ ਬਹਿਣ ਦਿੰਦੇ। ਮਹਾਰਾਜ ਕਹਿੰਦੇ ਰਾਏ ਜੀ ਇਹ ਸਰੀਰ ਤੋਂ ਲੈ ਲਓ ਸੇਵਾ, ਇਹਦੇ ਵਿੱਚ ਇੰਨੀ ਬਦਬੂ ਫੈਲ ਜਾਣੀ ਕਿਸੇ ਨੇ ਚੁੱਕਣ ਦਾ ਯਤਨ ਨਹੀਂ ਕਰਨਾ। ਕਹਿੰਦੇ ਜਿੰਨਾ ਚਿਰ ਇਹਦੇ 'ਚ ਰੂਹ ਆ ਨਾ ਤੇਰੀ ਜੇਬ 'ਚ ਭਰੀ ਆ ਤੇ ਸਿਜਦੇ ਹੁੰਦੇ ਆ। ਤੇ ਬਾਪੂ ਤੂੰ, ਉਹਨੇ ਪਹਿਲਾਂ ਦੱਸਿਆ ਸੀ ਨਾ ਵੀ ਮੈਨੂੰ ਕਾਹਦੀ ਹਉਮੈ ਆ। ਪਹਿਲਾਂ ਉਹਨੇ ਕਿਹਾ ਮੇਰਾ ਜਨਮ ਉੱਚੀ ਕੁਲ 'ਚ, ਫਿਰ ਉਹਨੇ ਕਿਹਾ ਮੈਨੂੰ ਇਸਤਰੀ ਤੇ ਹਉਮੈ, ਮੇਰੀ ਘਰ ਵਾਲੀ ਮੇਰੀ ਬਹੁਤ ਕਰਦੀ। ਫਿਰ ਉਹਨੇ ਆਪਣੇ ਮੁੰਡਿਆਂ ਦਾ ਜ਼ਿਕਰ ਕੀਤਾ, ਪੋਤਰਿਆਂ ਦਾ, ਫਿਰ ਉਹਨੇ ਆਪਣੀ ਜਾਇਦਾਦ ਦਾ, ਫਿਰ ਉਹਨੇ ਰਿਸ਼ਤੇਦਾਰਾਂ ਦਾ। ਹੁਣ ਮਹਾਰਾਜ ਦੀ ਵਾਰੀ ਆ। ਹੁਣ ਮਹਾਰਾਜ ਅੱਗੋਂ ਜਵਾਬ ਦਿੰਦੇ, ਕਹਿੰਦੇ ਰਾਏ ਬੁਲਾਰ ਜਦੋਂ ਸਰੀਰ ਛੱਡਿਆ ਤੇ ਤੇਰੇ ਸਾਰੇ ਤੇਰੀ ਦੇਹ ਤੋਂ ਡਰਨ ਲੱਗਣਗੇ, ਤੇਰਾ ਸਾਥ ਕਿਸੇ ਨਹੀਂ ਦੇਣਾ। ਜਾਤ ਵਰਨ ਤੇ ਲਖ ਕਰ ਨਿਆਰੋ, ਨਿਜ ਸਰੂਪ ਕਰੀਏ ਨਿਰਤਾਰੋ। ਮਾਰੇ ਕਹਿੰਦੇ ਜਾਤੀ ਤੇ ਵਰਨ ਨੂੰ ਵੱਖਰਾ ਕਰਕੇ ਉਹਦੇ ਵਿੱਚੋਂ ਇੱਕ ਸਰੂਪ ਨਿਕਲਦਾ ਹੈ, ਉਹ ਅਸਲ ਸਰੂਪ ਹੈ ਸਾਡਾ। ਸਮਝ ਰਹੇ ਹੋ ਨਾ? ਧਿਆਨ ਦੇ ਕੇ ਕਈ ਵਾਰੀ ਆਪਾਂ ਪਹਿਲਾਂ ਪੁੱਛੀਦਾ ਬਾਬਾ ਜੀ ਤੁਹਾਡੀ ਜਾਤ ਕੀ ਆ? ਮੈਨੂੰ ਕਈ ਕਹਿਣਗੇ ਤੁਸੀਂ ਘੁੰਮੋ ਆ ਜਾਂ ਕੀ ਸ਼ਿੰਬੇ ਆ ਜਾਂ ਤੁਸੀਂ ਜੱਟ ਆ। ਮੈਂ ਕਿਹਾ ਮੈਂ ਗੁਰੂ ਕਾ ਕੂਕਰ, ਮੈਂ ਕੁੱਤਾ ਗੁਰੂ ਘਰ ਦਾ। ਹਜੇ ਕਿ ਆਪਾਂ ਕਹਿ ਦਈਦਾ ਵੀ ਅਸੀਂ ਕਮੋਰ ਨੇ ਜਾਂ ਜੱਟ ਹੁੰਨੇ ਜਾਂ ਨਾਈ ਹੁੰਨੇ, ਪਰ ਅੱਜ ਮਹਾਰਾਜ ਨੇ ਆਖਿਆ ਜਾਤ ਤੇ ਵਰਨ ਚੋਂ ਬਾਹਰ ਨਿਕਲ ਬਾਪੂ। ਤੂੰ ਆਖਿਆ ਮੈਂ ਮੁਸਲਮਾਨ ਹੁੰਨਾ, ਰਾਜਾ ਹੁੰਨਾ, ਆਪਾਂ ਕੱਖ ਨਹੀਂ ਹੈਗੇ। ਆਪਣੇ ਵਿੱਚ ਇੱਕ ਜੋਤ ਜਗਦੀ ਜੋ ਪਰਮੇਸ਼ਰ ਦੀ ਦਾਤ ਹੈ। ਇਹਨਾਂ ਚੀਜ਼ਾਂ ਤੋਂ ਮਹਾਰਾਜ ਕਹਿੰਦੇ ਬਾਹਰ ਨਿਕਲ ਕੇ ਆਪਣੇ ਨਿਜ ਸਰੂਪ ਨੂੰ ਪਛਾਣ। ਅਬਪੁਰ ਜਹ ਜੈ ਮਮਤਾ ਥਾਪੀ, ਦੁਖ ਮੈਂ ਸੰਗੀ ਹਵੈ ਨ ਕਦਾਪੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਜਿੱਥੇ ਵੀ ਮੇਰਾਪਨ ਥਾਪਿਆ ਹੈ, ਭਾਵ ਜਿਹੜੇ ਹਉਮੈ ਕਰਦੇ ਆ ਆਪਣੀ ਜਵਾਨੀ ਦੀ, ਆਪਣੀ ਮਾਇਆ ਦੀ, ਆਪਣੀ ਜਾਤ ਦੀ, ਆਪਣੀ ਜਾਇਦਾਦ ਦੀ, ਮਾਰੇ ਕਹਿੰਦੇ ਅੰਤ ਨੂੰ ਕੋਈ ਵੀ ਸੰਗੀ ਨਹੀਂ ਹੋਵੇਗਾ। ਅਨਿਆਦਿਕ ਜੇ ਪਿਖੋਂ ਪਦਾਰਥ, ਸਭ ਜੀਵਤ ਲੋ ਮੂਏ ਅਕਾਰਥ। ਮਾਰੇ ਕਹਿੰਦੇ ਜਿਹੜਾ ਸੋਨਾ ਚਾਂਦੀ ਧਨ ਮਾਇਆ ਹੈ ਤੁਹਾਡੀ ਜਿਉਂਦਿਆਂ ਦੀ ਹੈ, ਜਿੱਦਣ ਤੁਹਾਡੀ ਲਾਸ਼ ਰਹਿ ਗਈ ਮੁਰਦਿਆਂ ਵਾਸਤੇ ਅਕਾਰਥ ਹੈ। ਅਕਾਰਥ ਦਾ ਅਰਥ ਹੈ ਕਿਸੇ ਕੰਮ ਨਹੀਂ ਆਵੇਗੀ। ਜੇ ਗਿਆਤੀ ਬਨਤਾ ਸੁਤ ਨਾਤੀ, ਤਨ ਤਿਆਗੇ ਤੇ ਕੋ ਨਾ ਸੰਗਾਤੀ। ਮਾਰੇ ਕਹਿੰਦੇ ਜਦੋਂ ਸਰੀਰ ਛੱਡੇਗਾ ਤੇਰੀ ਘਰ ਵਾਲੀ, ਤੇਰੇ ਪੋਤਰੇ, ਤੇਰਾ ਕੋਈ ਵੀ ਸਾਥੀ ਬਣਨ ਨੂੰ ਤਿਆਰ ਨਹੀਂ ਹੋਵੇਗਾ। ਦੋਹਰਾ ਬਸਤਰ ਸਮਾਨ ਸਰੀਰ, ਜੋ ਜੀਰਣ ਹਵੈ ਤਜ ਜਾਈ। ਮਾਰੇ ਕਹਿੰਦੇ ਰਾਏ ਬੁਲਾਰ ਜੀ ਇਹ ਉਸ ਬਸਤਰ ਵਰਗਾ ਸਰੀਰ ਹੈ, ਜਿਹੜਾ ਬਸਤਰ ਪੁਰਾਣਾ ਹੋ ਜੇ, ਪਾੜ ਜੇ, ਛਿੱਜ ਜੇ ਤੇ ਉਸ ਬਸਤਰ ਨੂੰ ਆਪਾਂ ਲਾ ਕੇ ਸੁੱਟ ਦਈਦਾ। ਇਸੇ ਤਰ੍ਹਾਂ ਮਾਰੇ ਕਹਿੰਦੇ ਰੂਹ ਵੀ ਜਦੋਂ ਇਹ ਸਰੀਰ ਦਾ ਰੂਪ ਬਸਤਰ ਪੁਰਾਣਾ ਹੋ ਗਿਆ, ਭਾਵ ਅੱਖਾਂ ਰਹਿ ਗਈਆਂ, ਕੰਨ ਲੱਤਾਂ ਬਾਹਾਂ, ਫਿਰ ਇਸ ਪਜਾਮੇ ਕੁੜਤੇ ਨੂੰ ਰੂਹ ਨੇ ਸੁੱਟ ਦੇਣਾ, ਖਤਮ ਕਰਕੇ ਚਲੀ ਜਾਣਾ ਲਾ ਕੇ। ਜਦੋਂ ਆਪਾਂ ਕਹਿੰਦਾ ਫਲਾਣਾ ਸਿੰਘ ਚੋਲਾ ਛੱਡ ਗਿਆ, ਬਾਣੀ ਵੀ ਕਹਿੰਦੀ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਉਹ ਹੁੱਲਾ, ਦਿਨ ਥੋੜ੍ਹੇ ਥੱਕੇ ਪਿਆ ਪੁਰਾਣਾ ਚੋਲਾ। ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਕਾਲ ਚਲਾਣੇ ਤੇ ਆਪ ਪੜ੍ਹਿਆ ਸੀ। ਯਾਤੇ ਨਿਆਰੋ ਆਤਮਾ, ਲਖੋ ਹਿਰਦੇ ਨਰ ਨਾਹੀ। ਮਾਰੇ ਕਹਿੰਦੇ ਰਾਏ ਬੁਲਾਰੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਵੱਖਰੀ ਇੱਕ ਚੀਜ਼ ਆ ਬੰਦੇ ਦੀ ਆਤਮਾ। ਸੋ ਸਮਾਂ ਹੋ ਗਿਆ, ਸੰਗ ਬੜਾ ਪਿਆਰਾ, ਕੱਲ ਨੂੰ ਇੱਥੋਂ ਹੀ ਚੱਲੇਗਾ। ਇਹ ਰੂਹਾਨੀ ਕਥਾ ਹੈ, ਥੋੜ੍ਹੀ ਜਿਹੀ ਸਮਝ ਮਿਹਨਤ ਨਾ ਹੋਣੀ ਹੈ। ਅਜੇ ਦਾਸ ਨੇ ਗੁਰੂ ਦੀ ਕਿਰਪਾ ਨਾਲ ਯਤਨ ਕੀਤਾ ਤੁਹਾਨੂੰ ਸੌਖੇ ਤਰੀਕੇ ਨਾਲ, ਕਿਉਂਕਿ ਕੁਝ ਬਚਨ ਮਹਿੰਗੇ ਆ। ਧਿਆਨ ਵਾਲੇ ਦੀ ਸੁਰਤੀ 'ਚ ਹੈ, ਬੜੇ ਧਿਆਨ ਦੇ ਨਾਲ ਉਹ ਬਖਸ਼ਿਸ਼ ਮਿਲ ਰਹੀ ਜਿਹੜੀ ਹੋ ਸਕਦਾ ਮੇਰੇ ਕੋਲ ਬਣਾਓ। ਅਰੇ ਪੋਥੀ ਪੜ੍ਹ ਕੇ ਰੱਖ ਕੇ ਤੁਹਾਨੂੰ ਸੁਣਾਤਾ, ਤੁਸੀਂ ਸੁਣ ਲਿਆ, ਪਰ ਜਿਹੜਾ ਇੱਥੇ ਬੈਠਾ ਬਾਬੇ ਦੇ ਕੋਲੇ ਨਾ ਉਹ ਬਹੁਤ ਡੂੰਘਾ ਹੈ।
ਰੱਜਿਆ ਹੋਇਆ ਹੁੰਦਾ ਵਾ ਤੇ ਸਾਰੀ ਉਮਰ ਵੀ ਭੋਗੀ ਆ ਤੇ ਪਤਾ ਹੀ ਕੋਈ ਨਹੀਂ ਮਾਇਆ ਦਾ। ਪਰ ਉਹ ਮਾਰੇ ਨੂੰ ਪੁੱਛਣ ਗਿਆ ਵੀ ਪਾਤਸ਼ਾਹ ਇਹ ਵਿੱਚ ਕੀ ਬੋਲਦਾ ਵਾ, ਇਹ ਕੀ ਚੀਜ਼ ਹੈ ਜਿਹੜੀ ਬੰਦੇ ਚੋਂ ਨਿਕਲ ਜਾਂਦੀ ਹੈ ਤੇ ਸਾਰੇ ਸਾਥ ਛੱਡ ਜਾਂਦੇ ਆ। ਛੱਡ ਜਾਂਦੇ ਆ। ਵਾਹਿਗੁਰੂ 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 बेसमझा बच्चे हैं, कोई भी भूल हो जाए ना तो माफ करना। बेनती करनी कि महाराज अगे वास्ते स्वाद बख्शे। कल 7 सावन है, बाला प्रीतम गुरु हरकृष्ण महाराज जी का प्रकाश गुरपुरब है। सतगुरु महाराज जी सारे दे दुख दूर कीते महाराज। तो इस करके अपना सारे रल मिल के दास अभ्यास की सेवा करेगा कि तुसी आपके हिसाब ਨਾਲ सेवा कर लो। मालिक सच्चे पातशाह के नदी नाम सतगुरु ये बहुत बड़े भाग क्योंकि देखो 36,000 किले का माल ਆਪਾਂ ਨੇ ਸਾਰੇ ਮੰਗਦੇ ਫਿਰਦੇ ਨੇ। ਉਹ ਬੰਦਾ ਵਾ ਜਿਹੜਾ ਦਾਨ ਦੇ ਗਿਆ ਤੇ ਤਾਂ ਵੀ ਮਾਰਨ ਕਿੰਨਾ ਵੀ ਮੈਨੂੰ ਕਿਸੇ ਬੰਦੇ ਨਾਲ ਇੱਥੋਂ ਤੁਸੀਂ ਆਪ ਸਿੱਖ ਲਓ ਵੀ ਅਸੀਂ 5 ਕਿੱਲੇ ਵਾਲੇ ਆ ਕਿ ਦਹਾਂ ਵਾਲਾ ਰੁਪਿਆ ਦੁਨੀਆ ਵਾਲਾ ਤੇ ਉਹ ਇੰਨਾ ਅਮੀਰ ਸੀ ਤਾਂ ਵੀ ਮਾਰੇ ਦੀ ਕੋਲ ਬਹਿ ਕੇ ਕਥਾ ਸੁਣਦਾ ਰਿਹਾ। ਅੱਜ ਆਮ ਲੋਕੀ ਕਹਿੰਦੇ ਜੀ ਕਥਾ ਤੇ ਗੁਰਦੁਆਰੇ ਉਹੀ ਲੋਕ ਜਾਂਦੇ ਜਿਹੜੇ ਗਰੀਬ ਜਾਂ ਜਿਨ੍ਹਾਂ ਨੇ ਕੁਝ ਲੈਣਾ ਵਾ। ਕਈ ਲੋਕੀ ਇੱਦਾਂ ਹੀ ਕਹਿਣਗੇ ਮੈਂ ਕਿਹਾ ਗੁਰਦੁਆਰੇ ਨਹੀਂ ਹੁੰਦੇ, ਕਹਿੰਦੇ ਬਾਬਾ ਗੁਰਦੁਆਰੇ ਤਾਂ ਜੀ ਜੇ ਕੋਈ ਚੀਜ਼ ਦੀ ਲੋੜ ਮਾਰੇ ਨੇ ਸਭ ਕੁਝ ਦੇ ਦਿੱਤਾ। ਮੈਂ ਕਿਹਾ ਬੱਲੇ ਦੀ ਗੱਲ ਕਹਿੰਦੇ ਗੁਰਦੁਆਰੇ ਤਾਂ ਚਾਹੀਦਾ ਜੇ ਕੋਈ ਚੀਜ਼ ਚਾਹੀਦੀ ਹੋਵੇ ਕਿਉਂ ਤੇ ਮਾਰੇ ਨੇ ਦਿੱਤਾ ਹੀ ਨਾ ਕਰਦੇ ਹੁਣ ਮਾਰੇ ਤੋਂ ਮੰਗੀਦਾ ਨਹੀਂ। ਮੈਂ ਕਿਹਾ ਭਲਿਓ ਮੰਗਣ ਨਹੀਂ ਚਾਹੀਦਾ, ਜਿਹੜਾ ਰੱਬ ਨੇ ਦਿੱਤਾ ਉਹਦਾ ਸ਼ੁਕਰਾਨਾ ਕਰਨ ਦੇ।